देश विदेश वास्ते टीवी पंजाब के सारे दर्शकों का एक बार फिर स्वागत है जी। मैं अमनदीप सिंह टुट वैनकूवर स्टूडियो तो हर रोज की तरह मेरे नाल जसवीर जी जुड़े हुए ने जलंधर तो खास खबरों ते चर्चा करने लई ते पहला स्वागत कर लेंगे जसवीर होना दा। जसवीर जी स्वागत है जी एक बार फिर तुहाडा। बहुत बहुत शुक्रिया मनदीप जी और जिन्ने भी टीवी पंजाब के व्यूअर्स ने सारिਆਂ ਨੂੰ सत श्री अकाल आदाब नमस्कार जी जसवीर जी अज आपां गल छेड़नी है ते पहली खबर ਉਹ ਛੇੜਨੀ ਆ ਜਿਹਦੇ ਬਾਰੇ ਹਲਚਲ ਇੱਥੇ ਕੈਨੇਡਾ 'ਚ ਵੀ ਹੋ ਰਹੀ ਆ ਤੇ ਪੰਜਾਬ 'ਚ ਵੀ ਹੋ ਰਹੀ ਆ। ਪਰ ਪਹਿਲਾਂ ਮੈਂ ਚਾਹੁੰਦਾ ਕਿ ਜਿਹੜੀ ਪੰਜਾਬ 'ਚ ਹਲਚਲ ਹੋ ਰਹੀ ਆ ਉਹਦੇ ਬਾਰੇ ਥੋੜੀ ਜਾਣਕਾਰੀ ਲੈ ਲਈਏ। ਗੁਰੂ ਗ੍ਰੰਥ ਸਾਹਿਬ ਜੀ ਦੀ ਦੇਸ਼ ਵਿਦੇਸ਼ ਵਿੱਚ ਛਪਾਈ ਦਾ ਮੁੱਦਾ ਕਾਫੀ ਸਮੇਂ ਤੋਂ ਭਖਿਆ ਹੋਇਆ ਤੇ ਕੋਈ ਅਕਾਲ ਤਖਤ ਸਾਹਿਬ ਵੱਲੋਂ ਇੱਕ ਹੁਕਮਨਾਮਾ ਦਾ ਹਵਾਲਾ ਦਿੱਤਾ ਜਾ ਰਿਹਾ ਪਹਿਲਾਂ ਤੋਂ ਕਿ ਦੇਸ਼ ਵਿਦੇਸ਼ ਦੇ ਵਿੱਚ ਕੋਈ ਛਪਾਈ ਨਹੀਂ ਹੋ ਸਕਦੀ, ਜਦਕਿ ਕਈ ਥਾਵਾਂ ਤੇ ਹੋ ਰਹੀ ਆ। ਹੁਣ ਕੀ ਪ੍ਰਤੀਕਰਮ ਆਇਆ ਇਸ ਤੇ ਸ਼੍ਰੋਮਣੀ ਕਮੇਟੀ ਦਾ ਜਾਂ ਅਕਾਲ ਤਖਤ ਸਾਹਿਬ ਜਥੇਦਾਰ ਦਾ? बिल्कुल ये बड़ा गंभीर विषय आ और ये बारे गल करन लग्गियां जिहड़ा आ ओह थोड़ा जिहा संजीदगी नूं भी अख्तियार करना पैंदा क्योंकि मसला इहो जिहा जिहड़ा ते समाजिक ताणे बाणे एक खास समुदाय दी जिहड़ी आ ओह धार्मिक भावना नाल जुड़िया होया। श्री गुरु ग्रंथ साहिब जी की छपाई जिहड़ी आ ओह बकायदा श्रोमणी गुरुद्वारा प्रबंधक कमेटी की रहनुमाई दे विच रहत मर्यादावां दा पालना करदिआं होया उस तरीके नाल छपाई कीती जांदी है। ਹੁਣ ਕੀ ਹੋ ਰਿਹਾ ਆ ਕਿ ਇਸ ਛਪਾਈ ਨੂੰ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਭੇਜਣੇ ਉੱਥੋਂ ਤੱਕ ਪਹੁੰਚ ਬਣਾਉਣੀ ਜਿਹੜੀ ਆ ਉਹ ਕਈ ਵਾਰੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ। ਅਜਿਹੇ ਹਾਲਾਤਾਂ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਕੁਝ ਲੋਕਾਂ ਨੇ ਕੁਝ ਇਹ ਕੋਸ਼ਿਸ਼ ਕੀਤੀ ਹੈ ਕਿ ਹੋਵੇ ਨਾ ਤੇ ਆਪਾਂ ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਕਰ ਲਈਏ ਤੇ ਜਿਹੜੀ ਲਿਆਉਣ ਲਿਜਾਉਣ ਤੇ ਉਹਦੇ ਵਿੱਚ ਰਹਿਤ ਮਰਿਆਦਾਵਾਂ ਦੀ ਪਾਲਣਾ ਕਰਨ ਦੀ ਸ਼ਰਤ ਹੈ ਜਿਹੜੀ ਆ ਉਹ ਘੱਟੋ ਘੱਟ ਉਹਦੇ ਤੋਂ ਨਿਜਾਤ ਜਿਹੜੀ ਆ ਉਹ ਮਿਲ ਜਾਏਗੀ। ਨਾਲ ਦੀ ਨਾਲ ਜਿਹੜੀ ਇਸ ਸਫ਼ਰ ਦੌਰਾਨ ਕਿਤੇ ਜੇ ਬੇਅਦਬੀ ਦਾ ਮਸਲਾ ਉੱਠਦਾ ਆ ਤੇ ਉਹਦੇ ਤੋਂ ਵੀ ਬਚ ਬਚਾ ਜਿਹੜਾ ਉਹ ਕੀਤਾ ਜਾ ਸਕਦਾ। ਕਾਰਨ ਇਹ ਦੱਸਿਆ ਜਾਂਦਾ ਪਰ ਇਹਦੇ ਨਾਲ ਨਾਲ ਕਾਰਨ ਕੁਝ ਹੋਰ ਵੀ ਨੇ। ਇੱਕ ਕਾਰਨ ਸਿੱਧੇ ਰੂਪ ਦੇ ਵਿੱਚ ਕਹਿ ਸਕਦੇ ਆ ਕਿ ਗੁਰਬਾਣੀ ਜਿਹੜੀ ਹੈ ਉਹ ਚਾਨਣ ਮੁਨਾਰਾ ਆ ਸਾਡੇ ਲਈ, ਪਰ ਇਸੇ ਚਾਨਣ ਮੁਨਾਰੇ ਦਾ ਛਪਾਈ ਦੇ ਨਾਮ ਦੇ ਉੱਤੇ ਜਿਹੜਾ ਉਹ ਵਪਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਆ ਬਹੁਤ ਸਾਰੀਆਂ ਧਿਰਾਂ ਦੇ ਵੱਲੋਂ ਕਿਉਂਕਿ ਇਸ ਮਨਸੂਬੇ ਦੇ ਨਾਲ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਣ ਦੇ ਵੱਲ ਕਦਮ ਜਿਹੜੇ ਉਹ ਵਧਾਏ ਜਾਂਦੇ ਆ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਧਰੋਂ ਸਾਫ਼ ਤੌਰ ਤੇ ਕਹਿਤਾ ਕਿ ਭਾਈ ਕਿਸੇ ਨੂੰ ਵੀ ਇਸ ਤਰੀਕੇ ਨਾਲ ਸਰੂਪ ਛਾਪਣ ਦੀ ਜਿਹੜੀ ਆ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਕਰਕੇ ਬਕਾਇਦਾ ਜਿਹੜਾ ਆ ਉਹ ਨੋਟਿਸ ਵੀ ਜਾਰੀ ਕਰ ਦਿੱਤਾ ਦੇ ਵਿੱਚ ਸਤਨਾਮ ਐਜੂਕੇਸ਼ਨਲ ਟਰਸਟ ਹੈ ਸ਼ਾਇਦ ਇਹੀ ਨਾਮ ਹੈ ਉਹਦਾ, ਉਹਨਾਂ ਨੂੰ ਨੋਟਿਸ ਭੇਜਿਆ ਗਿਆ ਉਹ ਜਿਹੜੇ ਛਾਪਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਤੁਸੀਂ ਇਹ ਨਹੀਂ ਛਾਪੋਗੇ, ਜੇ ਛਾਪੋਗੇ ਤਾਂ ਫਿਰ ਤੁਹਾਡੇ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਜਾਏਗੀ। ਇਧਰ ਸਾਫ਼ ਤੌਰ ਤੇ ਸਪਸ਼ਟ ਤੌਰ ਤੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਐਲਾਨ ਕਰ ਦਿੱਤਾ ਆ, ਨੋਟਿਸ ਭੇਜ ਦਿੱਤਾ ਗਿਆ। ਹੁਣ ਇਸ ਸਭ ਤੋਂ ਬਾਅਦ ਤੁਹਾਡੇ ਕੈਨੇਡਾ ਦੇ ਵਿੱਚ ਉੱਥੇ ਕੀ ਹਾਲਾਤ ਨੇ ਕਿਉਂਕਿ ਛਪਾਈ ਦਾ ਸਿਲਸਿਲਾ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਸ਼ੁਰੂ ਹੋਇਆ ਸੀਗਾ, ਇੱਥੇ ਤਾਂ ਉਥਲ ਪੁਥਲ ਹੋ ਗਈ ਹੈ, ਇੱਥੇ ਤਾਂ ਹੁਕਮਨਾਮੇ ਜਾਰੀ ਕਰ ਦਿੱਤੇ ਗਏ ਆ, ਸ਼੍ਰੋਮਣੀ ਕਮੇਟੀ ਵੱਲੋਂ ਨੋਟਿਸ ਭੇਜ ਦਿੱਤਾ ਗਿਆ। ਪਰ ਇਸ ਸਭ ਦਾ ਅਸਰ ਹੁਣ ਕੈਨੇਡਾ ਦੇ ਵਿੱਚ ਕੀ ਹੋ ਰਿਹਾ ਕਿਉਂਕਿ ਇੱਕ ਪਾਸੇ ਉਹ ਟਰਸਟ ਜਿਹੜਾ ਇਹਨੂੰ ਛਾਪ ਰਿਹਾ ਆ ਉਹਦੇ ਉੱਤੇ ਕੀ ਅਸਰ ਹੋ ਰਿਹਾ ਤੇ ਦੂਜੇ ਪਾਸੇ ਜਿਹੜਾ ਆਮ ਸਿੱਖ ਸੰਗਤ ਹੈ ਉਹਦਾ ਕੀ ਨਜ਼ਰੀਆ ਮੈਨੂੰ ਲੱਗਦਾ ਕਿ ਉੱਥੇ ਉਹ ਕਿਸ ਤਰੀਕੇ ਨਾਲ ਮਹਿਸੂਸ ਕਰ ਰਹੀ ਹੈ, ਉੱਥੋਂ ਦੇ ਗੁਰਦੁਆਰਾ ਸਾਹਿਬਾਨ ਜਿਹੜੇ ਆ ਉਹਨਾਂ ਦੀ ਇਸ ਸਭ ਦੇ ਉੱਤੇ ਕੀ ਪ੍ਰਤੀਕਿਰਿਆ ਇਹ ਸਾਡੇ ਦਰਸ਼ਕਾਂ ਦੇ ਲਈ ਜਾਣਨਾ ਬੇहद ਲਾਜ਼ਮੀ ਹੈ। ਮਨਦੀਪ ਜੀ 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 ਜਿਹੜੀ ਆਮ ਲੋਕਾਂ ਦੀ ਪ੍ਰਤੀਕਿਰਿਆ ਵਾ ਕਿਉਂਕਿ ਇਸ ਵਕਤ ਜਿਸ ਤਰ੍ਹਾਂ ਦਾ ਧਾਰਮਿਕ ਮੁੱਦਿਆਂ ਉੱਤੇ ਪੂਰੀ ਦੁਨੀਆ 'ਚ ਮਾਹੌਲ ਬਣਿਆ ਹੋਇਆ ਤੇ ਬਹੁਤ ਸਾਰੇ ਖਦਸ਼ੇ ਹੁੰਦੇ ਆ, ਬਹੁਤ ਸਾਰੇ ਡਰ ਹੁੰਦੇ ਆ ਕਿ ਜੇਕਰ ਕਿਉਂਕਿ ਗੁਰਬਾਣੀ ਇੱਕ ਅਜਿਹਾ ਸਰੋਤ ਆ, ਇੱਕ ਸਿੱਖੀ ਦਾ ਸਰੋਤ ਆ ਜੇ ਅਸੀਂ ਕਹਿ ਲਈਏ ਤੇ ਇਸ ਵਕਤ ਬਹੁਤ ਜ਼ਰੂਰੀ ਆ ਕਿ ਇਸ ਬਾਣੀ ਦੀ ਸ਼ੁੱਧਤਾ ਬਰਕਰਾਰ ਰਹੇ ਤੇ ਸੰਗਤ ਦਾ ਤੇ ਇੱਥੇ ਦੀ ਗੁਰਦੁਆਰਿਆਂ ਦੀਆਂ ਜਿਹੜੀਆਂ ਕਮੇਟੀਆਂ ਉਹਨਾਂ ਦਾ ਇਹੀ ਡਰ ਹੈ ਕਿ ਜੇ ਕਿਤੇ ਥਾਂ ਥਾਂ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਹੋਣ ਲੱਗ ਪਈ ਤਾਂ ਕਿਸੇ ਤਰ੍ਹਾਂ ਦੀ ਕੋਈ ਪੂਰਨਤਾ ਹੀ ਨਾ ਪੈਦਾ ਹੋ ਜਾਵੇ। ਖੈਰ ਬੀਤੇ ਦਿਨੀ ਇੱਕ ਮੀਟਿੰਗ ਹੋਈ ਸੀ ਇੱਥੇ ਦੀਆਂ ਬ੍ਰਿਟਿਸ਼ ਗੁਰਦੁਆਰਾ ਕੌਂਸਲ ਦੇ ਜਿਹੜੇ ਨੁਮਾਇੰਦੇ ਸੀ, ਪ੍ਰਮੁੱਖ ਗੁਰਦੁਆਰੇ ਜੋ ਬ੍ਰਿਟਿਸ਼ ਕੋਲੰਬੀਆ ਦੇ ਨੇ ਉਹਨਾਂ ਦੇ ਨੁਮਾਇੰਦੇ ਇਕੱਠੇ ਹੋਏ ਸੀ, ਉਹਨਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਅਤੇ ਉਸ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਇਹ ਜਿਹੜੀ ਛਪਾਈ ਆ ਇਹ ਕਿਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿ ਸ਼੍ਰੋਮਣੀ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਖਿਲਾਫ
ਅਤੇ ਅੰਮ੍ਰਿਤਸਰ ਤੋਂ ਬਾਹਰ ਕਿਤੇ ਹੋਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਛਪਾਈ ਆ ਉਹ ਨਹੀਂ ਹੋ ਸਕਦੀ, ਕਿਉਂਕਿ ਹਵਾਲਾ ਇਹ ਦਿੱਤਾ ਗਿਆ ਕਿ ਜਿਸ ਵਕਤ ਭਾਈ ਰਣਜੀਤ ਸਿੰਘ 1998 ਵਿੱਚ ਅਪ੍ਰੈਲ ਮਹੀਨੇ ਵਿੱਚ ਜਥੇਦਾਰ ਸਨ, ਉਦੋਂ ਇਹ ਹੁਕਮਨਾਮਾ ਜਾਰੀ ਹੋਇਆ ਸੀ ਕਿ ਸ਼੍ਰੋਮਣੀ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਅੰਮ੍ਰਿਤਸਰ ਤੋਂ ਬਾਹਰ ਜਾਂ ਕਿਤੇ ਵੀ ਦੇਸ਼ ਵਿਦੇਸ਼ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਛਪਾਈ ਆ ਉਹ ਨਹੀਂ ਹੋ ਸਕਦੀ। ਸੋ ਜਿਹੜਾ ਇਹ ਟਰਸਟ ਆ ਇੱਥੇ ਵੈਨਕੂਵਰ ਵਿੱਚ ਹੀ ਮੌਜੂਦ ਆ, ਜਿਹਦੇ ਬਾਰੇ ਚਰਚਾ ਚੱਲ ਰਹੀ ਆ, ਉਹਦੇ ਬਾਰੇ ਵੀ ਇਸ ਮੀਟਿੰਗ ਵਿੱਚ ਚਰਚਾ ਹੋਈ ਕਿ ਇਸੇ ਕੌਂਸਲ ਦੇ ਅੱਗੇ ਇਸ ਟਰਸਟ ਨੇ ਜਾਂ ਇਸ ਸੰਸਥਾ ਨੇ ਇਹ ਮੰਨਿਆ ਸੀ ਕਿ ਉਹ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਇੱਥੇ ਨਹੀਂ ਕਰਨਗੇ, ਪਰ ਇਸ ਕੌਂਸਲ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਵਾਅਦੇ ਤੋਂ ਮੁੱਕਰ ਕੇ ਵਿਸ਼ਵਾਸਘਾਤ ਕੀਤਾ ਹੈ ਤੇ ਇਹਦੀ ਛਪਾਈ ਸ਼ੁਰੂ ਕੀਤੀ ਹੈ। ਸੋ ਹੁਣ ਇੱਕ ਅਲਟੀਮੇਟਮ ਦਿੱਤਾ ਗਿਆ 22 ਅਗਸਤ ਸ਼ਾਮ 4 ਵਜੇ ਤੱਕ ਦਾ ਕਿ 22 ਅਗਸਤ ਸ਼ਾਮ 4 ਵਜੇ ਤੱਕ ਜਿਹੜੇ ਸਰੂਪਾਂ ਦੀ ਇੱਥੇ ਛਪਾਈ ਹੋਈ ਆ ਤੇ ਜਿਹੜਾ ਹੋਰ ਸੰਬੰਧਤ ਨਾਲ ਛਪਾਈ ਦਾ ਸਮਾਨ ਆ ਉਹ ਇੱਥੇ ਇੱਕ ਗੁਰੂ ਘਰ ਦਾ ਐਡਰੈਸ ਦਿੱਤਾ ਗਿਆ ਕਿ ਉੱਥੇ ਪਹੁੰਚਦਾ ਕਰ ਦਿੱਤਾ ਜਾਵੇ, ਅਤੇ ਜੇਕਰ ਉਹ ਸੰਸਥਾ ਖੁਦ ਨਹੀਂ ਪਹੁੰਚਾ ਸਕਦੀ ਤਾਂ ਇਹ ਕੌਂਸਲ ਵੱਲੋਂ ਖੁਦ ਉਹ ਕਹਿੰਦੇ ਕਿ ਅਸੀਂ ਸਤਿਕਾਰ ਸਹਿਤ ਇਹ ਸੇਵਾ ਕਰਾਂਗੇ, ਤੇ ਜੇਕਰ ਇਹ ਨਹੀਂ ਹੁੰਦਾ ਤਾਂ ਫਿਰ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਸੰਗਤ ਅੱਗੇ ਆਪਣਾ ਫੈਸਲਾ ਆਪ ਕਰੇਗੀ। ਫਿਲਹਾਲ ਇੱਥੇ ਇੰਨੀ ਕੁ ਹਲਚਲ ਹੋਈ ਹੈ ਤੇ ਜਿਹੜੀਆਂ ਸਮੂਹ ਗੁਰਦੁਆਰਾ ਕਮੇਟੀਆਂ ਇਸ ਮਾਮਲੇ 'ਚ ਇਕੱਠੀਆਂ ਹੋ ਕੇ ਅੱਗੇ ਆਈਆਂ ਨੇ। ਬਿਲਕੁਲ ਇਹ ਲਾਜ਼ਮੀ ਸੀਗੇ ਬਹੁਤ ਸਾਰੇ ਕਦਮ ਚੁੱਕਣੇ, ਔਰ ਚੰਗੀ ਗੱਲ ਹੈ ਕਿ ਗੁਰਦੁਆਰਾ ਸਾਹਿਬਾਨ ਨੇ ਇਹ ਕਦਮ ਚੁੱਕਿਆ। ਔਰ ਇਹਦੇ ਤੋਂ ਬਾਅਦ ਇੱਕ ਚੀਜ਼ ਹੋਰ ਵੀ ਹੈ ਕਿ ਜੇ ਇਹਦੇ ਨਾਲ ਗੱਲ ਨਹੀਂ ਬਣਦੀ, ਕਿਉਂਕਿ ਜਦੋਂ ਤੁਸੀਂ ਕਾਰੋਬਾਰੀ ਮਨਸੂਬਿਆਂ ਦੇ ਨਾਲ ਇਦਾਂ ਦੇ ਕੰਮ ਕਰਦੇ ਹੋ ਤੇ ਫਿਰ ਤੁਹਾਡੀ ਕੋਸ਼ਿਸ਼ ਹੁੰਦੀ ਹੈ ਕਿ ਮੁਨਾਫੇ ਹੀ ਦੇਖੇ ਜਾਣ, ਨੁਕਸਾਨ ਜਿਹੜੇ ਆ ਉਹਨਾਂ ਨੂੰ ਕਿਨਾਰੇ ਤੇ ਕੀਤਾ ਜਾਵੇ। ਜੇ ਜਿਹੜਾ ਇਹ ਨਹੀਂ ਹੁੰਦਾ ਤੇ ਮੈਨੂੰ ਲੱਗਦਾ ਕਿ ਕੱਲ ਜੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਕਿਸੇ ਨੇ ਪ੍ਰਕਾਸ਼ ਕਰਵਾਉਣਾ ਆਪਣੇ ਘਰ ਦੇ ਵਿੱਚ ਜਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਇਹਨਾਂ ਦੇ ਕੋਲੋਂ ਲੈਣ ਦੀ ਥਾਂ ਜੇ ਇਧਰੋਂ ਸ਼੍ਰੋਮਣੀ ਕਮੇਟੀ ਤੋਂ ਮੰਗਵਾ ਲਿਆ ਜਾਣ ਤੇ ਜ਼ਿਆਦਾ ਬਿਹਤਰ ਹੋਏਗਾ। ਫਿਰ ਥੋੜਾ ਬਹੁਤਾ ਤਾਂ ਇਹਨਾਂ ਦੇ ਉੱਤੇ ਇਸ ਗੱਲ ਦਾ ਵੀ ਦਬਾਅ ਬਣੇਗਾ ਕਿ ਇਹਨਾਂ ਨੂੰ ਆਪਣੇ ਜਿਹੜੇ ਉਹ ਸਰੂਪ ਨੇ ਉਹ ਉਸੇ ਤਰੀਕੇ ਨਾਲ ਸਾਹਿਬਾਨ ਦੇ ਵਿੱਚ ਜਮ੍ਹਾਂ ਕਰਵਾਉਣੇ ਪੈਣਗੇ। ਲਾਜ਼ਮੀ ਹੈ ਕਿ ਇਸ ਮਸਲੇ ਦਾ ਜੇ ਮਿਲ ਬੈਠ ਕੇ ਹੱਲ ਨਿਕਲ ਜਾਵੇ ਮਨਦੀਪ ਜੀ, ਜ਼ਿਆਦਾ ਬਿਹਤਰ ਆ, ਕਿਉਂਕਿ ਬੇਸ਼ੱਕ ਦੋ ਮੁਲਕਾਂ ਦੀਆਂ ਦੂਰੀਆਂ ਜ਼ਰੂਰ ਹੋਣਗੀਆਂ, ਇੱਥੇ ਤੱਕ ਪਹੁੰਚ ਜਾਂ ਇਹਨਾਂ ਦੀ ਇੱਥੇ ਤੱਕ ਪਹੁੰਚ ਜਿਹੜੀ ਆ ਵੈਸੇ ਜਿਹੜੀ ਆ ਉਹ ਜ਼ਰੂਰ ਕਹਿ ਸਕਦੇ ਕਿ ਔਖੀ ਹੋ ਸਕਦੀ ਹੈ, ਪਰ ਹੁਣ ਤਾਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਮੀਟਿੰਗਾਂ ਹੋ ਜਾਂਦੀਆਂ ਨੇ, ਵਿਚਾਰ ਚਰਚਾਵਾਂ ਹੋ ਜਾਂਦੀਆਂ ਨੇ। ਆਪਾਂ ਵੀ ਤਾਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜਿਹੜਾ ਇਹ ਪ੍ਰੋਗਰਾਮ ਕਰ ਰਹੇ ਆ, ਸ਼੍ਰੋਮਣੀ ਕਮੇਟੀ ਦੇ ਨਾਲ ਉੱਥੋਂ ਦੀ ਸੰਸਥਾ ਜਿਹੜੀ ਆ ਛਪਾਈ ਕਰ ਰਹੀ ਆ ਉਹ ਰਾਬਤਾ ਬਣਾ ਸਕਦੀ ਹੈ, ਗੱਲਬਾਤ ਕੀਤੀ ਜਾ ਸਕਦੀ ਹੈ, ਵਿਚਾਰ ਚਰਚਾ ਕੀਤੀ ਜਾ ਸਕਦੀ ਹੈ, ਔਰ ਜੀ ਬਿਲਕੁਲ ਮਸਲੇ ਜਿਹੜੇ ਆ ਕੱਲ ਦੇ ਲਈ ਵੱਡੀਆਂ ਦਿੱਕਤਾਂ ਪੈਦਾ ਕਰ ਦਿੰਦੇ ਨੇ। ਜੀ ਜੀ ਬਿਲਕੁਲ। ਸੋ ਹੁਣ ਰੁਕ ਕਰਦੇ ਆ ਜਸਵੀਰ ਜੀ ਅਗਲੀ ਖਬਰ ਦਾ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਤਾਂ ਫਿਲਹਾਲ ਕਹਿੰਦੇ ਆ ਕਿ ਇੱਕ ਦਿਨ ਦਾ ਹੀ ਬੁਲਾਇਆ ਗਿਆ, ਪਰ ਕਹਿੰਦੇ ਸਪੀਕਰ ਸਾਹਿਬ ਨੇ ਬਹੁਤ ਕਸੂਤੀ ਦੀ ਸ਼ਰਤ ਰੱਖ ਦਿੱਤੀ ਹੈ ਕਿ ਸ਼ਾਇਦ ਹਰ ਵਿਧਾਇਕ ਨੂੰ ਜਾਂ ਜਿਹੜੇ ਵੀ ਵਿਧਾਇਕ ਨੇ ਐਂਟਰੀ ਪਾਉਣੀ ਆ ਉਹਨੂੰ ਆਪਣਾ ਕਰੋਨਾ ਟੈਸਟ ਕਰਾਉਣਾ ਪਊਗਾ। ਦਰਅਸਲ ਇੱਕ ਸਰਕਾਰ ਦੀ ਆਪਣੀ ਹੀ ਗਾਈਡਲਾਈਨ ਹੈ। ਅੱਜ ਤੋਂ ਧਾਰਾ 144 ਵੀ ਸੂਬੇ ਦੇ ਵਿੱਚ ਲਾ ਦਿੱਤੀ ਗਈ ਹੈ। 5 ਬੰਦਿਆਂ ਤੋਂ ਵੱਧ ਇਕੱਠੇ ਨਹੀਂ ਹੋ ਸਕਦੇ। ਇਜਾਜ਼ਤ ਕਿਹਨੂੰ ਦਿੱਤੀ ਗਈ ਹੈ? ਵਿਆਹ ਸਮਾਗਮਾਂ ਨੂੰ, ਭੋਗ ਸਮਾਗਮਾਂ ਨੂੰ ਇਜਾਜ਼ਤ ਦਿੱਤੀ ਗਈ ਆ, ਉਹ ਵੀ ਨਿਸ਼ਚਿਤ ਗਿਣਤੀ ਦੇ ਵਿੱਚ। ਇਜਲਾਸ ਸੰਵਿਧਾਨਕ ਮਜਬੂਰੀ ਹੈ, 6 ਮਹੀਨੇ ਦੇ ਅੰਦਰ ਅੰਦਰ ਬੁਲਾਉਣਾ ਪੈਣਾ, ਇਸ ਕਰਕੇ ਉਹ ਵੀ ਬੁਲਾਉਣਾ ਪੈਣਾ। ਹੁਣ ਉਹਨਾਂ ਪਰਿਸਥਿਤੀਆਂ ਦੇ ਵਿੱਚ ਜਿਹੜੀਆਂ ਸਰਕਾਰੀ ਗਾਈਡਲਾਈਨਸ ਨੇ ਉਹਨਾਂ ਨੂੰ ਤੇ ਕਰੋਨਾ ਮਹਾਮਾਰੀ ਤੋਂ ਬਚਾਅ ਦੇ ਲਈ ਕੀ ਕੀਤਾ ਜਾਵੇ। ਹੁਣ ਸਪੀਕਰ ਸਾਹਿਬ ਜਾਣਦੇ ਆ 117 ਵਿਧਾਇਕ ਆਉਣਗੇ, 117 ਵਿਧਾਇਕਾਂ ਦੇ ਨਾਲ ਉਹਨਾਂ ਦੇ ਪੀਏ ਵੀ ਆਉਣਗੇ, 117 ਪੀਏ ਲਾ ਲਓ, ਫਿਰ ਉਹਨਾਂ ਦੇ ਨਾਲ ਸਿਕਿਉਰਿਟੀ ਗਾਰਡ ਜਿਹੜੇ ਨੇ ਪੰਜਾਬ ਵਿਧਾਨ ਸਭਾ ਦੀ ਬਿਲਡਿੰਗ ਦੇ ਵਿੱਚ ਉਹ ਵੀ ਦਾਖਲ ਹੋਣਗੇ। ਫਿਰ ਉਸ ਤੋਂ ਇਲਾਵਾ ਕਿਉਂਕਿ ਉਹ ਪ੍ਰਕਿਰਿਆ ਚੱਲਣੀ ਆ, ਬਹੁਤ ਸਾਰੇ ਅਫਸਰਾਂ ਨੇ ਵੀ ਜਾਣਾ, ਨਾਲ ਪੁਲਿਸ ਮੁਲਾਜ਼ਮਾਂ ਨੇ ਵੀ ਜਾਣਾ। ਸੋ ਪਰਿਸਥਿਤੀਆਂ ਜਿਹੜੀਆਂ ਇਹ ਹੋ ਸਕਦੀਆਂ ਗਿਣਤੀ ਦੇ ਵਿੱਚ ਜਿਹੜਾ ਉੱਥੇ ਇਕੱਠ ਹੋਣਾ ਹੈ, ਉਸ ਇਕੱਠ ਦੇ ਕਾਰਨ ਜਿਹੜਾ ਆ ਉੱਥੇ ਦਿੱਕਤਾਂ ਪੇਸ਼ ਆ ਸਕਦੀਆਂ, ਔਰ ਕਰੋਨਾ ਦੇ ਫੈਲਾਅ ਦੇ ਜਿਹੜੇ ਆ ਉਹ ਕਈ ਕਾਰਨ ਜਾਂ ਸੰਭਾਵਨਾਵਾਂ ਬਣਦੀਆਂ ਨਜ਼ਰ ਆ ਸਕਦੀਆਂ ਨੇ। ਇਸੇ ਕਰਕੇ ਜਿਹੜਾ ਆ ਉਹ ਸਪੀਕਰ ਸਾਹਿਬ ਨੇ ਇਹ ਘੋਸ਼ਣਾ ਕਰਤੀ ਹੈ ਕਿ 25 ਤੋਂ ਲੈ ਕੇ 27 ਅਗਸਤ ਤੱਕ ਤੁਸੀਂ ਆਪਣਾ ਜਿੰਨੇ ਵਿਧਾਇਕ ਹੈ ਉਹ ਕਰੋਨਾ ਦਾ ਟੈਸਟ ਕਰਾਓ। ਜੇ ਉਹਦੀ ਰਿਪੋਰਟ ਜਿਹੜੀ ਆ ਉਹ ਨੈਗੇਟਿਵ ਆਉਂਦੀ ਆ, ਉਹ ਨੈਗੇਟਿਵ ਰਿਪੋਰਟ ਦਾ ਪਰਚਾ ਸਾਡੇ ਕੋਲ ਲੈ ਕੇ ਆਓ, ਤਾਂ ਬਿਲਡਿੰਗ ਦੇ ਵਿੱਚ ਦਾਖਲ ਹੋਣ ਦੇਣਾ, ਨਹੀਂ ਤਾਂ ਤੁਹਾਨੂੰ ਬਿਲਡਿੰਗ ਦੇ ਅੰਦਰ ਦਾਖਲ ਨਹੀਂ ਹੋਣ ਦੇਣਾ। ਤੇ ਜੇ ਪੋਜ਼ਿਟਿਵ ਹੋਈ ਤੇ ਬਾਹਰੋਂ ਹੀ ਗੇਟ ਤੋਂ ਉਹਨੂੰ ਮੋੜ ਦਿੱਤਾ ਜਾਣਾ। ਇੱਕ ਤਾਂ ਸਿੱਧੇ ਤੌਰ ਤੇ ਸਖਤ ਨਿਰਦੇਸ਼ ਇਹ ਦਿੱਤੇ ਗਏ ਆ। ਦੂਜਾ ਨਿਰਦੇਸ਼ ਦਿੱਤਾ ਗਿਆ ਕਿ ਕਿਸੇ ਵੀ ਵਿਧਾਇਕ ਦਾ ਪੀਏ ਜਿਹੜਾ ਉਹ ਬਿਲਡਿੰਗ ਦੇ ਅੰਦਰ ਦਾਖਲ ਨਹੀਂ ਹੋਏਗਾ, ਸਿਕਿਉਰਿਟੀ ਗਾਰਡ ਬਿਲਡਿੰਗ ਦੇ ਅੰਦਰ ਦਾਖਲ ਨਹੀਂ ਹੋਣਗੇ,
ਫਿਰ ਜਿਹੜਾ ਅਮਲਾ ਹੋਣਾ ਆ ਵਿਧਾਨ ਸਭਾ ਦਾ, ਜਿਹਨੇ ਕੰਮ ਕਰਨਾ ਹੈ, ਜਿਹਨੇ ਕਾਰਵਾਈ ਚਲਾਉਣ ਦੇ ਵਿੱਚ ਮਦਦ ਕਰਨੀ ਆ, ਉਹ ਜਿਹੜਾ ਆ ਤਕਰੀਬਨ ਅੱਧੇ ਦੇ ਕਰੀਬ ਜਿਹੜਾ ਉਹ ਕਰ ਦਿੱਤਾ ਗਿਆ ਕਿ ਸਾਰਾ ਅਮਲਾ ਨਹੀਂ ਆਏਗਾ, ਥੋੜਾ ਅਮਲਾ ਜਿਹੜਾ ਆਏਗਾ, ਤਾਂ ਕਿ ਘੱਟ ਤੋਂ ਘੱਟ ਜਿਹੜਾ ਆ ਉੱਥੇ ਲੋਕ ਹੋਣ ਤੇ ਸੋਸ਼ਲ ਡਿਸਟੈਂਸਿੰਗ ਜਿਹੜੀ ਆ ਲਾਜ਼ਮੀ ਆ ਉਹ ਬਣਾਈ ਜਾ ਸਕੇ। ਇਹਦੇ ਨਾਲ ਇੱਕ ਕੰਮ ਹੋਰ ਕੀਤਾ ਹੈ, ਕਿਉਂਕਿ 117 ਵਿਧਾਇਕ ਆ ਵਿਧਾਨ ਸਭਾ ਦੇ ਅੰਦਰ ਬੈਠਣਗੇ ਤੇ ਹੋ ਸਕਦਾ ਕਿ ਇੱਕ ਦੂਜੇ ਦੇ ਆਸ-ਪਾਸ ਬੈਠਣ ਤੇ ਦਿੱਕਤਾਂ ਦਰਪੇਸ਼ ਆਉਣ, ਕਿਉਂਕਿ ਕੁੱਲ ਮਿਲਾ ਕੇ 105 ਸੀਟਾਂ ਆ ਪੰਜਾਬ ਵਿਧਾਨ ਸਭਾ ਦੇ ਅੰਦਰ। ਹੁਣ ਕੀ ਕੀਤਾ ਆ ਕਿ ਇਹਨਾਂ ਦੇ ਵਿੱਚ ਡਿਸਟੈਂਸ ਬਣਾਉਣ ਦੇ ਲਈ ਵਾਧੂ ਸੀਟਾਂ, ਵਾਧੂ ਬੈਂਚ ਲਗਵਾਉਣ ਦਾ ਜਿਹੜਾ ਉਹ ਪ੍ਰਬੰਧ ਕੀਤਾ ਜਾ ਰਿਹਾ, ਤਾਂ ਕਿ ਇੱਕ ਬੈਂਚ ਦੇ ਉੱਤੇ ਇੱਕ ਵਿਧਾਇਕ ਬੈਠੇ ਤੇ ਫਿਰ ਉਸ ਮੁਤਾਬਕ ਜਿਹੜੀ ਆ ਉਹ ਡਿਸਟੈਂਸ ਉਹਨਾਂ ਦੇ ਵਿਚਕਾਰ ਜਿਹੜਾ ਉਹ ਬਣਿਆ ਰਵੇ। ਹੁਣ ਇੱਥੇ ਸਮੱਸਿਆ ਕੱਲੀ ਇਹ ਨਹੀਂ ਆ ਮਨਦੀਪ ਜੀ, ਸਮੱਸਿਆ ਇਹ ਆ ਕਿ 117 ਵਿਧਾਇਕ ਨੇ, 117 ਵਿਧਾਇਕਾਂ ਦੇ ਵਿੱਚੋਂ ਤਕਰੀਬਨ 12 ਵਿਧਾਇਕ ਤਾਂ ਪਹਿਲੇ ਪੋਜ਼ਿਟਿਵ ਨੇ, ਜਿਹਦੇ ਵਿੱਚ ਗੁਰਪ੍ਰੀਤ ਕਾਂਗੜ ਦਾ ਨਾਮ ਸ਼ੁਮਾਰ ਹੈ, NK ਸ਼ਰਮਾ ਦਾ ਨਾਮ ਸ਼ੁਮਾਰ ਹੈ, ਲਖਬੀਰ ਸਿੰਘ ਲੋਧੀ ਨੰਗਲ ਹੈ, ਇਹਦੇ ਤੋਂ ਇਲਾਵਾ ਰਜਿੰਦਰ ਬਾਜਵਾ ਹੋਰੀ ਵੀ ਪੋਜ਼ਿਟਿਵ ਆ ਚੁੱਕੇ ਆ ਵਿਧਾਇਕ ਫਗਵਾੜੇ ਦੇ ਨੇ ਜਿਹੜੇ ਉਹ ਧਾਲੀਵਾਲ ਸਾਹਿਬ, ਉਹ ਵੀ ਪੋਜ਼ਿਟਿਵ ਆ ਚੁੱਕੇ ਨੇ, NK ਸ਼ਰਮਾ ਜਾਂ ਇਆਲੀ ਹੁਣੀ, ਰੋਜ਼ੀ ਬਰਕੰਦੀ ਹੋਰੀ, ਇਹ ਵੀ ਪੋਜ਼ਿਟਿਵ ਆ ਚੁੱਕੇ ਨੇ। ਤਕਰੀਬਨ 12 ਵਿਧਾਇਕ ਇਸ ਸਮੇਂ ਪੋਜ਼ਿਟਿਵ ਹੈਗੇ ਨੇ। ਬਾਦਲ ਸਾਹਿਬ ਪੋਜ਼ਿਟਿਵ ਨਹੀਂ ਹੈ, ਬਾਦਲ ਸਾਹਿਬ ਵੈਸੇ ਆਪਣੇ ਆਪ ਨੂੰ ਆਪਣੇ ਘਰ ਇਕਾਂਤਵਾਸ ਹੋਏ ਨੇ, ਘਰ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਡੱਕੀ ਬੈਠੇ ਨੇ। ਮਨਪ੍ਰੀਤ ਬਾਦਲ ਵੀ ਆਪਣੇ ਆਪ ਨੂੰ ਇਕਾਂਤਵਾਸ ਕਰੀ ਬੈਠਾ ਆ, ਤੇ ਇਹ ਕੁੱਲ ਮਿਲਾ ਕੇ ਲਾ ਲਈਏ 13 ਬੰਦੇ ਇਹ, ਤੇ ਚੌਥੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਨਹੀਂ ਆਉਣਾ, ਸੰਭਾਵਨਾ ਪੂਰੀ ਹੈ। ਬਜ਼ੁਰਗ ਨੇ, ਡਾਕਟਰਾਂ ਦੀਆਂ ਸਲਾਹਾਂ ਬਹੁਤ ਨੇ, ਤੇ ਨਾਲ ਦੀ ਨਾਲ ਪਤਾ ਲੱਗਾ ਸੀ, ਆਪਾਂ ਗੱਲ ਕੀਤੀ ਸੀ ਨਾ ਕਿ ਪਿਛਲੇ ਦਿਨੀ ਉਹਨਾਂ ਦੇ ਘਰ ਦੇ ਆਲੇ ਦੁਆਲੇ ਵੀ ਘੁੰਮਦਾ ਨਜ਼ਰ ਆ ਗਿਆ ਸੀ ਕਰੋਨਾ, ਮਤਲਬ ਉਹਨਾਂ ਦੇ ਨੇੜੇ ਤੇੜੇ ਦੇ ਕੁਝ ਮੁਲਾਜ਼ਮ ਜਿਹੜੇ ਸੀਗੇ ਉਹ ਪੋਜ਼ਿਟਿਵ ਪਾਏ ਗਏ ਸੀਗੇ, ਸੋ ਇਸ ਕਰਕੇ ਉਹਨਾਂ ਦੀ ਸੰਭਾਵਨਾ ਵੀ ਘੱਟ ਹੈ। ਕੁੱਲ ਮਿਲਾ ਕੇ 14 ਬੰਦੇ ਤਾਂ ਇਸ ਤਰੀਕੇ ਨਾਲ ਆਪਾਂ ਕਿਨਾਰੇ ਤੇ ਕਰਦੇ ਨੇ ਕਿ 14 ਬੰਦੇ ਵਿਧਾਨ ਸਭਾ ਦੇ ਵਿੱਚ ਇਸ ਇਜਲਾਸ 'ਚ ਨਹੀਂ ਜਾਣਗੇ। ਬਾਕੀ ਕਿੰਨੇ ਬਚੇ? 113 ਬਚੇ। ਹੁਣ 113 ਦੇ ਨਾਲ ਇੱਕ ਬੰਦਾ ਹੋਰ ਜੁੜਿਆ ਆ, ਕਿਉਂਕਿ ਐਡਵੋਕੇਟ ਜਨਰਲ ਦੀ ਵੀ ਕੁਰਸੀ ਲੱਗਣੀ ਹੈ ਵਿਧਾਨ ਸਭਾ ਦੇ ਵਿੱਚ, ਉਹ ਵੀ ਜਾ ਰਿਹਾ। 114 ਬੰਦੇ ਆ, 114 ਬੰਦਿਆਂ ਦੇ ਵਿੱਚੋਂ ਸੁਖਪਾਲ ਖਹਿਰੇ ਹੋਰਾਂ ਨੂੰ ਵੀ ਬਾਹਰ ਕੱਢ ਦਿਓ, ਕਿਉਂਕਿ ਜਾਣਾ ਉਹਨਾਂ ਨੇ ਵੀ ਨਹੀਂ ਹੈ। ਉਹ ਬੈਠਣਗੇ ਕਿਹੜੇ ਪਾਸੇ, ਉਹਨਾਂ ਦਾ ਪਹਿਲੇ ਹੀ ਰੌਲਾ ਗੋਲਾ ਜਿਹਾ ਚੱਲਦਾ ਕਿ ਵਿਧਾਇਕ ਹੈ ਨਹੀਂ ਹੈ, ਉਹ ਸਪੀਕਰ ਸਾਹਿਬ ਦੇ ਕੋਲ ਰਿੜਕੀ ਜਾ ਰਿਹਾ ਮਾਮਲਾ। ਫਿਰ 113 ਰਹਿ ਗਏ। ਹੁਣ 113 ਬੰਦਿਆਂ ਦੇ ਵਿੱਚੋਂ ਕਿੰਨੇ ਲੋਕ ਜਿਹੜੇ ਆ ਵਿਧਾਨ ਸਭਾ ਦੇ ਵਿੱਚ ਜਾਂਦੇ ਆ, ਕਿਉਂਕਿ ਬਹੁਤੇ ਲੋਕ ਕਈ ਵਾਰੀ ਸੰਜੀਦਗੀ ਨਾਲ ਲੈਂਦੇ ਹੀ ਨਹੀਂ ਹੈ, ਇਹ ਜਾਂਦੇ ਹੀ ਨਹੀਂ ਆ ਉੱਥੇ ਵਿਧਾਨ ਸਭਾ ਦੇ ਵਿੱਚ, ਉਹਨਾਂ ਲਈ ਪ੍ਰਬੰਧ ਕੀਤੇ ਜਾਣਗੇ। ਹੁਣ ਜਦੋਂ ਇਹ ਲੋਕ ਇਕੱਠੇ ਹੋਣਗੇ ਤੇ ਉਹ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਨੇੜ ਤੇੜ ਵੀ ਹੋਏਗੀ, ਕਿਉਂਕਿ ਇਹ ਵੀ ਲਾਜ਼ਮੀ ਨਹੀਂ ਹੈ ਕਿ ਜਾਂਦੇ ਸਿੱਧੇ ਇੱਕ ਇੱਕ ਬੈਂਚ ਤੇ ਬਹਿ ਜਾਣਗੇ, ਇੱਕ ਦੂਜੇ ਨਾਲ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ, ਹੱਥ ਹੁੱਥ ਮਿਲਾਉਣ ਵਾਲਾ ਸਿਲਸਿਲਾ ਇਹ ਵੀ ਹੋ ਸਕਦਾ ਚੱਲੇਗਾ। ਸੋ ਪ੍ਰਸਥਿਤੀਆਂ ਇਹ ਨੇ ਕਿ 113-14 ਬੰਦੇ ਬਚਦੇ ਨੇ। ਉਹਨਾਂ 113-14 ਬੰਦਿਆਂ ਦੇ ਵਿੱਚੋਂ ਜਿਹਨਾਂ ਦਾ ਟੈਸਟ ਹੋਣਾ ਆ, ਫਿਰ 25 ਤੇ 27 ਦੇ ਦਰਮਿਆਨ ਜਿਹੜੀ ਰਿਪੋਰਟ ਆਉਣੀ ਆ, ਕਿੰਨੇ ਬੰਦੇ ਉਹ ਪੋਜ਼ਿਟਿਵ ਨੈਗੇਟਿਵ ਹੁੰਦੇ ਆ, ਉਹਦੇ ਤੇ ਨਿਰਭਰ ਕਰੇਗਾ ਕਿ ਵਿਧਾਨ ਸਭਾ ਦੇ ਅੰਦਰ ਬੈਠਣੇ ਕਿੰਨੇ ਬੰਦੇ ਆ, ਕਿਉਂਕਿ ਹੋ ਸਕਦਾ ਕਿ ਕੁਝ ਲੋਕਾਂ ਦੇ ਹੋਰ ਪੋਜ਼ਿਟਿਵ ਨਿਕਲਣ। ਅਸੀਂ ਨਹੀਂ ਚਾਹੁੰਦੇ ਕਿ ਸਾਰੇ ਪੋਜ਼ਿਟਿਵ ਹੋਣ, ਅਸੀਂ ਚਾਹੁੰਦੇ ਹਾਂ ਕਿ ਜਿਹੜੇ ਪੋਜ਼ਿਟਿਵ ਸੀ ਉਹਨਾਂ ਦੀ ਵੀ ਨੈਗੇਟਿਵ ਰਿਪੋਰਟ ਆ ਜਾਵੇ। ਜੇ ਵਿਧਾਨ ਸਭਾ ਦੇ ਵਿੱਚ ਸਾਰਿਆਂ ਦੀ ਹਾਜ਼ਰੀ ਹੋਏਗੀ ਤੇ ਚੰਗੀ ਗੱਲ ਹੈ, ਆਪਣੇ ਆਪਣੇ ਲੋਕਾਂ ਦੇ ਮੁੱਦੇ ਚੁੱਕੇ ਜਾਣਗੇ। ਪਰ ਮਸਲਾ ਇਹ ਹੈ, ਸਥਿਤੀਆਂ ਬੜੀਆਂ ਪੇਚੀਦਾ ਬਣੀਆਂ ਹੋਈਆਂ ਨੇ। ਇਹਨਾਂ ਪੇਚੀਦਾ ਸਥਿਤੀਆਂ ਦੇ ਵਿੱਚ ਸੰਵਿਧਾਨਕ ਮਜਬੂਰੀ ਨੂੰ ਪੂਰਾ ਕਰਨ ਲਈ ਇਜਲਾਸ ਬੁਲਾਇਆ ਜਾ ਰਿਹਾ। ਕੱਲੇ ਅਸੀਂ ਨਹੀਂ ਇੱਕ ਦਿਨ ਦਾ ਬੁਲਾ ਰਿਹਾ, ਹਰਿਆਣੇ ਨੇ ਵੀ ਜਿਹੜਾ ਬੁਲਾਇਆ ਹੋਇਆ ਇਜਲਾਸ ਉਹ ਵੀ 2 ਦਿਨ ਦਾ ਹੀ ਇਜਲਾਸ ਕਰ ਰਿਹਾ ਸਿਰਫ। ਸੋ ਇਸ ਕਰਕੇ ਇਹਨਾਂ ਪ੍ਰਸਥਿਤੀਆਂ ਦੇ ਵਿੱਚ ਸ਼ਰਤ ਕਸੂਤੀ ਹੈ। ਹੁਣ ਥੋੜਾ ਜਿਹਾ ਬੈਂਸ ਭਰਾਵਾਂ ਦੇ ਲਈ ਵੀ ਮੁਸ਼ਕਲ ਖੜੀ ਹੋ ਜਾਏਗੀ, ਕਿਉਂਕਿ ਬੈਂਸ ਭਰਾ ਨੇ ਕਹਿੰਦੇ ਸੀਗੇ ਨਾ ਕਿ ਜਦੋਂ ਪ੍ਰੋਟੈਸਟ 'ਚ ਸ਼ਾਮਲ ਹੋਏ ਸੀ ਤੇ ਅਸੀਂ ਨਹੀਂ ਕਰਾਉਣਾ ਕਰੋਨਾ ਟੈਸਟ, ਕਰ ਲਓ ਜੋ ਕੁਝ ਕਰਨਾ, ਤੇ ਪੁਲਿਸ ਕਹਿੰਦੀ ਸੀ ਘਰੋਂ ਚੱਕ ਕੇ ਲੈ ਆਉਣਾ, ਏਦਾਂ ਕਰ ਦੇਣਾ, ਓਦਾਂ ਕਰ ਦੇਣਾ। ਤੇ ਹੁਣ ਉਹਨਾਂ ਦੀ ਮਜਬੂਰੀ ਹੋ ਜਾਏਗੀ ਟੈਸਟ ਕਰਾਉਣਾ। ਟੈਸਟ ਕਰਾਉਣਗੇ ਤਾਂ ਵਿਧਾਨ ਸਭਾ ਦੇ ਜਾਣਗੇ, ਨਹੀਂ ਤੇ ਨਹੀਂ ਜਾ ਸਕਣਗੇ। ਤੇ ਜੇ ਟੈਸਟ ਦੇ ਵਿੱਚ ਪੋਜ਼ਿਟਿਵ ਆ ਗਏ ਤੇ ਬਹੁਤ ਸਾਰੇ ਮੁੱਦੇ ਚੁੱਕਣ ਦੀ ਗੱਲ ਉਹਨਾਂ ਨੇ ਕੀਤੀ ਸੀ ਵਿਧਾਨ ਸਭਾ ਦੇ ਵਿੱਚ, ਤੇ ਫਿਰ ਉੱਥੇ ਵੀ ਦਿੱਕਤਾਂ ਆਉਣਗੀਆਂ। ਸੋ ਪ੍ਰਸਥਿਤੀਆਂ ਕੁੱਲ ਮਿਲਾ ਕੇ ਬੜੀਆਂ ਪੇਚੀਦਾ ਬਣੀਆਂ ਹੋਈਆਂ ਨੇ, ਤੇ ਇਹ ਪੇਚੀਦਾ ਪ੍ਰਸਥਿਤੀਆਂ ਦਾ ਹੱਲ ਕੀ ਨਿਕਲਦਾ ਆ, ਜਿਹੜਾ ਇਜਲਾਸ ਆ ਉਹ ਕਿਹੋ ਜਿਹੀ ਤਸਵੀਰ ਪੇਸ਼ ਕਰਦਾ, ਇਹ ਦੇਖਾਂਗੇ। ਜੀ ਬਿਲਕੁਲ। ਤੇ ਵੈਸੇ ਵੀ ਮੈਨੂੰ ਲੱਗਦਾ ਕਿ ਇਸ ਚੀਜ਼ ਦਾ ਵੀ ਲਾਈਵ ਟੈਲੀਕਾਸਟ ਹੋਣਾ ਚਾਹੀਦਾ, ਕਿ ਦੇਖਾਂਗੇ ਕਿ ਆਪਣੇ ਜਿਹੜੇ ਵਿਧਾਇਕ ਨੇ ਜਾਂ ਸਾਡੇ ਜਿਹੜੇ ਆਗੂ ਨੇ ਇਹ ਖੁਦ ਹਦਾਇਤਾਂ ਦਾ ਵਿਧਾਨ ਸਭਾ ਦੇ ਵਿੱਚ ਕਿੰਨਾ ਕੁ ਪਾਲਣ ਕਰਦੇ ਆ। ਵੈਸੇ ਹਾਲਾਂਕਿ ਅੱਗੇ ਅਸੀਂ ਦੇਖਦੇ ਰਹੇ ਹਾਂ ਕਿ ਕਿੰਨਾ ਕੁ ਜ਼ਿਆਦਾ ਇਹ ਉੱਥੇ ਜਾ ਕੇ ਜਾਬਤੇ ਵਿੱਚ ਰਹਿੰਦੇ ਆ, ਜਾਂ ਹਾਲਾਂਕਿ ਇਹੀ ਜਿਹੜੀ ਸੱਤਾ 'ਚ ਇਸ ਵਕਤ ਪਾਰਟੀ ਹੈ ਸਪੀਕਰ ਦੀਆਂ ਕੁਰਸੀਆਂ ਤੇ ਚੜ ਕੇ ਬੈਠਦੀ ਰਹੀ ਆ, ਇਹ ਤਾਂ ਹੁਣ ਜਾ ਕੇ ਪਤਾ ਲੱਗੂਗਾ। ਖੈਰ
ਇੱਕ ਹੋਰ ਖਬਰ ਸੀ ਜੀ ਕਿ ਸੁਖਬੀਰ ਬਾਦਲ ਹੁਣੀ ਹੁਣ ਘਟਾਲੇ ਕੱਢਣ ਲੱਗ ਪੈਂਦੇ ਸਰਕਾਰ ਦੇ। ਹਾਲਾਂਕਿ ਉਹਨਾਂ ਦੀ ਸਰਕਾਰ ਦੇ ਘਟਾਲੇ ਬਹੁਤ ਮਸ਼ਹੂਰ ਨੇ, ਤੇ ਸੁਖਬੀਰ ਬਾਦਲ ਉਹਨਾਂ ਦੇ ਘਟਾਲੇ ਦਾ ਕੀ ਹਾਲ ਹੈ? ਘੁਟਾਲੇ ਦੋਨਾਂ ਸਰਕਾਰਾਂ ਦੇ ਬੜੇ ਮਸ਼ਹੂਰ ਨੇ। ਜੇ ਕੈਪਟਨ ਸਰਕਾਰ ਦੀਆਂ ਪਿਛਲੀਆਂ ਸਰਕਾਰਾਂ ਦੇਖਾਂਗੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ, ਤੇ ਉਹਦੇ ਵਿੱਚੋਂ ਵੀ ਘੁਟਾਲੇ ਨਿਕਲ ਕੇ ਆਉਂਦੇ ਨੇ। ਅਕਾਲੀ ਭਾਜਪਾ ਗੱਠਜੋੜ ਦੇ ਸਮੇਂ ਦੇ ਵੀ ਘੁਟਾਲੇ ਨਿਕਲ ਕੇ ਆਉਂਦੇ ਆ, ਤੇ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ ਵੀ ਘੁਟਾਲਿਆਂ ਦੀ ਗੱਲ ਕੀਤੀ ਜਾਂਦੀ ਹੈ। ਜਦੋਂ ਬੀਜ ਘੁਟਾਲੇ ਦੀ ਗੱਲ ਹੁੰਦੀ ਆ, ਜਦੋਂ ਜਿਪਸਮ ਦੀ ਘੁਟਾਲੇ ਦੀ ਜਿਹੜੀ ਆ ਉਹ ਗੱਲ ਹੁੰਦੀ ਆ, ਜਦੋਂ ਸ਼ਰਾਬ ਮਾਫੀਆ ਦੀ ਗੱਲ ਹੁੰਦੀ ਆ, ਜਦੋਂ ਰੇਤ ਮਾਫੀਆ ਦੀ ਗੱਲ ਹੁੰਦੀ, ਗੱਲਾਂ ਤਾਂ ਇੰਨ ਬਿੰਨ ਇਦਾਂ ਹੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਉੱਤੇ ਵੀ ਬਹੁਤ ਸਾਰੀਆਂ ਉੱਠਦੀਆਂ ਨੇ। ਪਰ ਕਦੀ ਕਦੀ ਨਾ ਇਹ ਸਾਡੇ ਲੀਡਰ ਆਰੋਪ ਪ੍ਰਤੀ ਆਰੋਪ ਦੀ ਸਿਆਸਤ ਕਰਦੇ ਆ, ਇਹ ਭੁੱਲ ਜਾਂਦੇ ਆ ਕਿ ਕਿਤੇ ਤਰਕ ਹੈਗਾ ਸਾਡੀ ਉਸ ਗੱਲ ਦੇ ਵਿੱਚ, ਜਿਹੜੇ ਇਲਜ਼ਾਮ ਅਸੀਂ ਲਾ ਰਹੇ ਹਾਂ, ਜਿਹੜੇ ਆਰੋਪ ਲਾ ਰਹੇ ਹਾਂ, ਜਿਹੜੇ ਘੁਟਾਲੇ ਦੀ ਗੱਲ ਕਰ ਰਹੇ ਹਾਂ। ਦਰਅਸਲ ਸੁਖਬੀਰ ਬਾਦਲ ਨੇ ਇਹ ਕਿਹਾ ਕਿ ਮਨਰੇਗਾ ਦੇ ਵਿੱਚ ਜਿਹੜੇ ਫੰਡ ਸੀਗੇ, ਉਹਨਾਂ ਫੰਡਾਂ ਦੇ ਵਿੱਚ ਪੰਜਾਬ ਸਰਕਾਰ ਦੇ ਵਿਧਾਇਕਾਂ ਨੇ ਜਿਹੜਾ ਆ ਉਹ ਮਿਲੀ ਭੁਗਤ ਦੇ ਨਾਲ 1000 ਕਰੋੜ ਦਾ ਘੁਟਾਲਾ ਕੀਤਾ। ਘੁਟਾਲਾ ਕਿੱਦਾਂ ਕੀਤਾ? ਸਮਾਨ ਖਰੀਦਿਆ ਮਨਰੇਗਾ ਦੇ ਲਈ। ਉਹ ਸਮਾਨ ਕਿੱਥੋਂ ਖਰੀਦਿਆ? ਵਿਧਾਇਕਾਂ ਨੇ ਆਪਣੇ ਨਜ਼ਦੀਕੀਆਂ ਸਕੇ ਸੰਬੰਧੀਆਂ ਦੀਆਂ ਫਰਮਾਂ ਤੋਂ ਖਰੀਦਿਆ, ਜਾਲੀ ਬਿੱਲ ਬਣਾਏ ਤੇ ਉਹਨਾਂ ਬਿੱਲਾਂ ਦੇ ਆਧਾਰ ਤੇ 1000 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ। ਹੁਣ ਉਹਨਾਂ ਨੇ ਇਲਜ਼ਾਮ ਲਾਤਾ ਤੇ ਨਾਲ ਹੀ ਇਹ ਕਹਿ ਦਿੱਤਾ ਰਜਿੰਦਰ ਤੋਮਰ ਹੋਰਾਂ ਨੂੰ ਕਿ ਭਾਈ ਇਸ ਮਾਮਲੇ ਵੱਲ ਧਿਆਨ ਦਿਓ ਤੇ ਇਸ ਦੀ ਸੀਬੀਆਈ ਜਾਂਚ ਕਰਵਾਓ, ਤਾਂ ਕਿ ਇਹ ਘੁਟਾਲਾ ਜਿਹੜਾ ਆ ਉਹ ਸਾਹਮਣੇ ਆ ਸਕੇ। ਕਿਉਂਕਿ ਸੀਬੀਆਈ ਜਾਂਚ ਕਰੇਗੀ ਤੇ ਇੰਡੀਪੈਂਡੈਂਟ ਜਾਂਚ ਜਿਹੜੀ ਆ ਉਹ ਹੋਏਗੀ, ਆਜ਼ਾਦਾਨਾ ਜਾਂਚ ਹੋਏਗੀ। ਤੇ ਸੀਬੀਆਈ ਕਿੰਨੀ ਕੁ ਆਜ਼ਾਦਾਨਾ ਜਾਂਚ ਕਰਦੀ ਹੈ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਇਹ ਕਹਿਣ ਦੀ ਲੋੜ ਨਹੀਂ ਹੈ। ਸੁਪਰੀਮ ਕੋਰਟ ਤੱਕ ਦੀਆਂ ਟਿੱਪਣੀਆਂ ਸੀਬੀਆਈ ਨੂੰ ਲੈ ਕੇ ਕਿੱਦਾਂ ਦੀਆਂ ਆਈਆਂ, ਉਹ ਅਸੀਂ ਸਾਰੇ ਜਣੇ ਜਾਣਦੇ ਹਾਂ। ਸੋ ਇੱਕ ਪਾਸੇ ਸੁਖਬੀਰ ਬਾਦਲ ਹੋਰੀ ਇਹ ਇਲਜ਼ਾਮ ਲਾ ਰਹੇ ਆ, ਦੂਜੇ ਪਾਸੇ ਹੁਣ ਇਸੇ ਦਾ ਹੀ ਤੋੜਵਾਂ ਜਵਾਬ ਤ੍ਰਿਪਤ ਰਜਿੰਦਰ ਬਾਜਵਾ ਹੋਰਾਂ ਨੇ ਦਿੱਤਾ। ਉਹ ਕਹਿੰਦੇ ਮੈਨੂੰ ਲੱਗਦਾ ਕਿ ਸੁਖਬੀਰ ਬਾਦਲ ਹੁਣੀ ਜਿਹੜਾ ਆ ਉਹ ਬੜੇ ਬਚਕਾਨਾ ਬਿਆਨ ਦੇ ਰਹੇ ਨੇ, ਸੰਜੀਦਗੀ ਉਹਨਾਂ ਦੇ ਵਿੱਚ ਖਤਮ ਹੋ ਗਈ। ਉਹ ਕਹਿੰਦੇ 1000 ਕਰੋੜ ਦੀ ਗੱਲ ਕਰਦੇ ਆ, 800 ਕਰੋੜ ਰੁਪਈਆ ਸਾਲ ਦਾ ਤਾਂ ਬਜਟ ਹੈ ਮਨਰੇਗਾ ਦਾ। ਔਰ ਜੇ ਅਸੀਂ ਗੱਲ ਕਰ ਲਈਏ 800 ਕਰੋੜ ਦੇ ਬਜਟ ਦੇ ਹਿਸਾਬ ਨਾਲ, ਤੇ ਪਿਛਲੇ ਸਾਲ ਅਸੀਂ ਸਿਰਫ ਤੇ ਸਿਰਫ 390 ਕਰੋੜ ਰੁਪਈਆ ਖਰਚਾ ਮਨਰੇਗਾ ਦੇ ਵਿੱਚ, ਜ਼ਿਆਦਾ ਖਰਚਾ ਹੀ ਨਹੀਂ ਗਿਆ। ਹੁਣ 390 ਕਰੋੜ ਦੇ ਵਿੱਚੋਂ ਵੀ ਜਿਹੜਾ ਸਮਾਨ ਖਰੀਦਿਆ, ਜਿਹੜਾ ਮਟੀਰੀਅਲ ਲਿਆ ਆ, ਉਹ ਤਕਰੀਬਨ 88 ਕਰੋੜ ਦਾ ਆ। ਹੁਣ 88 ਕਰੋੜ ਦੀ ਖਰੀਦ ਦੇ ਵਿੱਚ, ਤੇ ਇਹਦੇ ਤੋਂ ਇਲਾਵਾ ਕਹਿੰਦੇ ਜੇ ਮੈਂ 3 ਸਾਲ ਦਾ ਵੀ ਲੇਖਾ ਜੋਖਾ ਕਰ ਦਵਾਂ ਸਮਾਨ ਦੀ ਖਰੀਦ ਦਾ, ਕਿ ਜਦੋਂ ਤੋਂ 2017 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆਈ ਆ, 2017 ਤੋਂ ਲੈ ਕੇ ਹੁਣ ਤੱਕ 520 ਕਰੋੜ ਦਾ ਸਮਾਨ ਖਰੀਦਿਆ। ਉਹ ਕਹਿੰਦੇ 520 ਕਰੋੜ ਦੇ ਸਮਾਨ ਦੀ ਖਰੀਦ ਦੇ ਵਿੱਚ 1000 ਕਰੋੜ ਦਾ ਘੁਟਾਲਾ ਕਿੱਦਾਂ ਹੋ ਜਾਂਦਾ? ਇਹ ਲੇਖਾ ਜੋਖਾ ਕਿੱਥੋਂ ਕਰਕੇ ਆਏ ਆ ਸੁਖਬੀਰ ਬਾਦਲ ਹੋਰੀ? ਸੋ ਉਹਨਾਂ ਨੇ ਆਪਣੇ ਤਰੀਕੇ ਨਾਲ ਤਰਕ ਦਿੱਤਾ ਆ। ਹੁਣ ਸੱਚਾ ਕੌਣ ਆ, ਝੂਠਾ ਕੌਣ ਆ, ਇਹ ਦੋਨੋਂ ਹੀ ਧਿਰਾਂ ਜਾਣਦੀਆਂ ਨੇ ਕਿ ਜੇ 520 ਕਰੋੜ ਦੇ ਵਿੱਚ ਵੀ ਘੁਟਾਲਾ ਹੋਇਆ ਤੇ ਇਹ ਕਾਂਗਰਸੀਆਂ ਨੂੰ ਪਤਾ ਹੋਏਗਾ ਜੇ ਹੋਇਆ ਆ ਤਾਂ। ਤੇ ਜੇ ਉਹ 1000 ਕਰੋੜ ਦਾ ਘੁਟਾਲਾ ਸੁਖਬੀਰ ਬਾਦਲ ਹੋਰੀ ਦੱਸਦੇ ਆ, ਤੇ ਇਹ ਸੁਖਬੀਰ ਬਾਦਲ ਹੋਰੀ ਦੱਸ ਸਕਦੇ ਆ ਕਿ 1000 ਕਰੋੜ ਕਿੱਥੋਂ ਕੱਢ ਕੇ ਲਿਆਉਂਦੇ ਆ। ਜਾਂ ਫਿਰ ਕਦੀ ਕਦੀ ਆਦਤ ਵੀ ਬਣ ਜਾਂਦੀ ਨਾ ਸਾਡੇ ਲੀਡਰਾਂ ਦੀ, ਕਿ ਛੋਟੀ ਜਿਹੀ ਗੱਲ ਕਰਨ ਦਾ ਕੋਈ ਬਹੁਤਾ ਅਸਰ ਨਹੀਂ ਹੁੰਦਾ। ਜੇ 1000 ਕਰੋੜ ਕਵਾਂਗੇ ਤਾਂ ਲੋਕਾਂ ਤੇ ਜ਼ਿਆਦਾ ਅਸਰ ਹੋਣਾ। ਵੈਸੇ ਵੀ ਸੁਖਬੀਰ ਬਾਦਲ ਹੋਰਾਂ ਦੀਆਂ ਬਿਆਨਬਾਜ਼ੀਆਂ ਤਾਂ ਜ਼ਮੀਨ ਤੋਂ ਬਹੁਤ ਉੱਪਰ ਦੀਆਂ ਹਮੇਸ਼ਾ ਹੀ ਰਹੀਆਂ ਆ। ਜ਼ਮੀਨੀ ਬਿਆਨਬਾਜ਼ੀ ਤਾਂ ਉਹਨਾਂ ਨੇ ਕੀਤੀ ਨਹੀਂ ਹੈ। ਜਦੋਂ ਵੀ ਕੀਤੀ ਹੈ ਥੋੜਾ ਜਿਹਾ ਤਾਂ ਦੀ ਬਿਆਨਬਾਜ਼ੀ ਕੀਤੀ, ਜਿਹਦਾ ਕਰਕੇ ਕਈ ਵਾਰੀ ਉਹਨਾਂ ਨੂੰ ਮਜ਼ਾਕ ਦੇ ਪਾਤਰ ਵੀ ਸੋਸ਼ਲ ਮੀਡੀਆ ਤੇ ਬਣਨਾ ਪਿਆ। ਮੈਨੂੰ ਲੱਗਦਾ ਕਿ ਉਸੇ ਰੌਂ ਦੇ ਵਿੱਚ ਇਹ 1000 ਕਰੋੜ ਵਾਲੀ ਵੀ ਗੱਲ ਕਰ ਗਏ। ਪਰ ਜੇ 1000 ਕਰੋੜ ਦਾ ਘੁਟਾਲਾ ਹੋਇਆ ਆ ਮਨਦੀਪ ਜੀ, ਤੇ ਮੈਨੂੰ ਲੱਗਦਾ ਕਿ ਸੁਖਬੀਰ ਬਾਦਲ ਹੋਰਾਂ ਨੂੰ ਤੱਥਾਂ ਦੇ ਆਧਾਰ ਤੇ, ਜੇ ਉਹਨਾਂ ਨੇ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ ਨਾ, ਤੱਥ ਉਹਨਾਂ ਨੂੰ ਲੈ ਕੇ ਆਉਣੇ ਚਾਹੀਦੇ ਆ ਸਾਹਮਣੇ। ਤੱਥਾਂ ਦੇ ਆਧਾਰ ਤੇ ਬਹੁਤ ਕੁਝ ਹੋ ਸਕਦਾ ਹੈ, ਕਾਰਵਾਈਆਂ ਹੋ ਸਕਦੀਆਂ, ਕਾਨੂੰਨੀ ਜਿਹੜਾ ਆ ਉਹ ਦਾ ਪੇਚ ਦੇ ਨਾਲ ਜਿਹੜੀ ਦੂਜੀ ਧਿਰ ਆ ਜਿਹਦੇ ਉੱਤੇ ਘੁਟਾਲਾ ਕਰਨ ਦੇ ਇਲਜ਼ਾਮ ਲਾਏ, ਉਹਨੂੰ ਚਿੱਤ ਕੀਤਾ ਜਾ ਸਕਦਾ। ਸੁਖਬੀਰ ਬਾਦਲ ਹੋਰੀ ਚੰਗੀ ਤਰ੍ਹਾਂ ਜਾਣਦੇ ਆ ਕੱਲੀਆਂ ਬਿਆਨਬਾਜ਼ੀਆਂ ਕਰਨ ਦੇ ਨਾਲ ਗੱਲ ਨਹੀਂ ਬਣਨੀ। ਫਿਰ ਕਾਨੂੰਨੀ ਤੌਰ ਤੇ ਉਹ ਤੱਥ ਲਿਆ ਕੇ ਸਾਹਮਣੇ ਰੱਖਣ, ਲੋਕਾਂ ਦੇ ਵਿੱਚ ਆਵੇ ਕਿ ਭਾਈ ਘੁਟਾਲਾ ਹੋਇਆ ਨਹੀਂ ਹੋਇਆ, ਹੋਇਆ ਤਾਂ ਕਿੰਨੇ ਦਾ ਹੋਇਆ, ਤੇ 1000 ਕਰੋੜ ਦੇ ਵਿੱਚ ਕਿੰਨੀ ਕੁ ਸੱਚਾਈ ਹੈ। ਕਿਉਂਕਿ ਪੈਸੇ ਦੀ ਦਰਕਾਰ ਹੈ ਇਸ ਵੇਲੇ ਪੰਜਾਬ ਨੂੰ। ਖਜ਼ਾਨਾ ਖਾਲੀ ਹੋਣ ਦਾ ਰੋਣਾ ਸਾਡੀ ਸਰਕਾਰ ਲਗਾਤਾਰ ਪਿੱਟ ਰਹੀ ਹੈ। ਤੇ ਜੇ 1000 ਕਰੋੜ ਦੇ ਘੁਟਾਲੇ ਹੋ ਰਿਹਾ ਜਾਂ ਇਹਦੇ ਤੋਂ ਘੱਟ ਦੇ ਵੀ ਹੋ ਰਿਹਾ, ਤੇ ਫਿਰ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਇਹਨਾਂ ਲੋਕਾਜ ਉਧੇੜਨੇ ਚਾਹੀਦੇ ਆ। ਨੰਗਾ ਸੱਚ ਸਾਹਮਣੇ ਆਉਣਾ ਚਾਹੀਦਾ ਆ। ਪਤਾ ਲੱਗਣਾ ਚਾਹੀਦਾ ਕਿ ਲੁੱਟ ਅਸਲ ਦੇ ਵਿੱਚ ਹੋ ਕਿੱਥੇ ਰਹੀ ਹੈ, ਤੇ ਲੋਕਾਂ ਨੂੰ ਖਾਲੀ ਖਜ਼ਾਨਾ ਦਿਖਾ ਕੇ ਕੌਣ ਆਪਣੀਆਂ ਜੇਬਾਂ ਭਰ ਰਿਹਾ, ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ। ਪਰ ਜੇ ਕੁਝ ਨਹੀਂ ਆ, ਤੇ ਸੁਖਬੀਰ ਬਾਦਲ ਹੋਰਾਂ ਨੂੰ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਦਾ ਹਿੱਸਾ ਬਣ ਲਈ ਇਦਾਂ ਦੀਆਂ ਬਿਆਨਬਾਜ਼ੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ। ਜੀ ਬਿਲਕੁਲ, ਇਹ ਤਾਂ ਹੈ। ਨਹੀਂ ਤਾਂ
ਹਾਲਾਂਕਿ ਘੁਟਾਲੇ ਤਾਂ ਬਹੁਤ ਆਏ, ਸੱਚਾਈ ਘੁਟਾਲਾ ਆਇਆ ਜਾਂ ਉਸ ਤੋਂ ਬਾਅਦ ਅਨਾਜ ਘੁਟਾਲਾ ਆਇਆ, ਪਰ ਕਿਸੇ ਦੀ ਵੀ ਜਾਂਚ ਤਣ ਪੱਤਾ ਨਹੀਂ ਲੱਗਦੀ। ਪਰ ਇੰਨਾ ਜ਼ਰੂਰ ਹੈ ਕਿ ਜਿਹੜੇ ਆਮ ਲੋਕ ਆ ਉਹਨਾਂ ਦੇ ਉੱਤੇ ਬਹੁਤ ਬੁਰਾ ਅਸਰ ਪੈਂਦਾ, ਉਹਨਾਂ ਸਿਰ ਤੇ ਸਾਰਾ ਬੋਝ ਪੈਂਦਾ, ਉਹ ਜ਼ਰੂਰ ਪਿਸਦੇ ਆ। ਹਾਲਾਂਕਿ ਸਰਕਾਰ ਆ ਜਾਵੇ ਚੱਲ ਜਾਵੇ, ਇਹਨਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ। ਖੈਰ ਇਸ ਤੋਂ ਅੱਗੇ ਇੱਕ ਬੜਾ ਚਰਚਿਤ ਮਾਮਲਾ ਹੋਇਆ, ਬੀਤੇ 2-3 ਦਿਨ ਤੋਂ ਆਪਾਂ ਵੀ ਗੱਲ ਕਰਦੇ ਰਹੇ ਹਾਂ ਸੁਮੇਧ ਸੈਣੀ ਹੋਣਾ ਦਾ। ਬੀਤੇ ਦਿਨ ਆਪਾਂ ਗੱਲ ਕੀਤੀ ਸੀ ਕਿ ਉਹਨਾਂ ਦੇ ਖਿਲਾਫ ਵਾਧਾ ਗਵਾਹ ਜਿਹੜੇ ਆ, ਵਾਧਾ ਮਾਫ ਗਵਾਹ ਜਿਹੜੇ ਉਹ ਤਿਆਰ ਹੋ ਗਏ ਆ, ਉਹਨਾਂ ਨੇ ਆਪਣੇ ਬਿਆਨ ਵੀ ਕਲਮ ਕਰਵਾ ਦਿੱਤੇ ਆ। ਤੇ ਹੁਣ ਸੜਿਆ ਉਹਨਾਂ ਦੇ ਖਿਲਾਫ ਸੁਮੇਧ ਸੈਣੀ ਦੇ ਧਾਰਾ 302 ਲੱਗ ਗਈ ਆ। ਬਿਲਕੁਲ, ਇੰਸਪੈਕਟਰ ਜਗੀਰ ਸਿੰਘ ਜਿਨ੍ਹਾਂ ਨੇ ਸਰਕਾਰੀ ਗਵਾਹ ਬਣ ਕੇ ਆਪਣਾ ਬਿਆਨ ਦਰਜ ਕਰਵਾਇਆ ਸੀਗਾ 166 ਦੇ ਤਹਿਤ ਬਕਾਇਦਾ ਮੈਜਿਸਟ੍ਰੇਟ ਦੀ ਮੌਜੂਦਗੀ ਦੇ ਵਿੱਚ, ਉਸ ਬਿਆਨ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਟੌਰਚਰ ਕੀਤਾ ਗਿਆ, ਚੱਕਿਆ ਗਿਆ ਬਲਵੰਤ ਸਿੰਘ ਮੁਲਤਾਨੀ ਨੂੰ। ਉਹਦੇ ਤੋਂ ਬਾਅਦ ਉਹਨੂੰ ਟੌਰਚਰ ਕੀਤਾ ਗਿਆ ਤੇ ਉਹ ਕਹਿੰਦੇ ਮੈਂ ਦੇਖਿਆ ਕਿ ਟੌਰਚਰ ਤੋਂ ਬਾਅਦ ਜਿਹੜੀ ਆ ਉਹਦੀ ਸਥਿਤੀ ਕੋਈ ਬਹੁਤੀ ਠੀਕ ਨਹੀਂ ਸੀ ਤੇ 3-4 ਦਿਨ ਬਾਅਦ ਸਾਨੂੰ ਦੱਸਿਆ ਗਿਆ ਕਿ ਉਹ ਮਰ ਗਿਆ ਤੇ ਉਹਦੀ ਲਾਸ਼ ਨੂੰ ਖੁਰਦ-ਬੁਰਦ ਕਰਨਾ। ਹੁਣ ਉਹਨਾਂ ਬਿਆਨਾਂ ਦੇ ਆਧਾਰ ਤੇ ਜਿਹੜਾ ਆ ਇਸ ਮਾਮਲੇ ਦੇ ਵਿੱਚ ਕੱਲ ਜਦੋਂ ਸੁਣਵਾਈ ਹੋ ਰਹੀ ਸੀ ਇਸ ਮਾਮਲੇ ਦੀ, ਤਾਂ ਅਦਾਲਤ ਨੇ ਇਹਦੇ ਵਿੱਚ ਧਾਰਾ 302 ਜੋੜਨ ਦੇ ਹੁਕਮ ਦੇ ਦਿੱਤੇ ਆ। ਔਰ ਇਹ ਧਾਰਾ 302 ਜੋੜਨ ਦੇ ਨਾਲ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਵੱਧ ਗਈਆਂ ਨੇ। ਪਰ ਇੱਥੇ ਮਸਲਾ ਇਹ ਹੈ ਕਿ ਪਹਿਲਾਂ ਜਿਹੜੀ ਜ਼ਮਾਨਤ ਲਈ ਹੋਈ ਆ ਅਗਾਊਂ ਸੁਮੇਧ ਸੈਣੀ ਨੇ, ਉਸ ਜ਼ਮਾਨਤ ਦੇ ਵਿੱਚ ਜਿਹੜਾ ਆ ਕੁਝ ਸ਼ਰਤਾਂ, ਕੁਝ ਨਿਯਮ ਤੈਅ ਕੀਤੇ ਗਏ ਸੀ। ਹੁਣ ਉਹਨਾਂ ਦੇ ਮੁਤਾਬਕ ਇੱਕਦਮ ਗ੍ਰਿਫਤਾਰ ਨਹੀਂ ਹੋ ਸਕਦੀ ਫਿਲਹਾਲ ਦੀ ਘੜੀ। ਸਿੱਟ ਨੂੰ ਕਿਹਾ ਗਿਆ ਹੈ ਕਿ ਉਹ 3 ਦਿਨ ਪਹਿਲਾਂ ਨੋਟਿਸ ਦੇਗੀ ਗ੍ਰਿਫਤਾਰੀ ਤੋਂ ਪਹਿਲਾਂ ਸੁਮੇਧ ਸੈਣੀ ਨੂੰ, ਉਸ ਤੋਂ ਬਾਅਦ ਹੀ ਉਹਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸੋ ਮੁਸ਼ਕਲਾਂ ਜ਼ਰੂਰ ਵਧੀਆਂ ਨੇ, ਪਰ ਕਿਉਂਕਿ ਸਾਡੇ ਕਾਨੂੰਨੀ ਦਾਅਵੇ 'ਚ ਹਰ ਤਰੀਕੇ ਨਾਲ ਖੇਡੇ ਜਾਂਦੇ ਆ, ਕੁਝ ਬੁਰੇ ਲੋਕ ਵੀ ਖੇਡਦੇ ਨੇ ਆਪਣੇ ਬਚਾਅ ਦੇ ਲਈ, ਤੇ ਕਈ ਵਾਰੀ ਇਹੀ ਕਾਨੂੰਨੀ ਦਾਅਪੇਜ ਬੇਕਸੂਰ ਲੋਕਾਂ ਨੂੰ ਬਚਾਉਣ ਦੇ ਵਿੱਚ ਵੀ ਮਦਦਗਾਰ ਸਾਬਤ ਹੁੰਦੇ ਨੇ। ਇਸ ਕਰਕੇ ਸੁਮੇਧ ਸਿੰਘ ਸੈਣੀ ਹੋਰਾਂ ਨੂੰ, ਜਿੱਦਾਂ ਸਾਡਾ ਮੈਂ ਕਿਹਾ, ਕਿਸੇ ਨੂੰ ਆਪਣਾ ਬਚਾਅ ਦਾ ਮੌਕਾ ਜ਼ਰੂਰ ਦਿੱਤਾ ਜਾਂਦਾ ਆ, ਚਾਹੇ ਅਪਰਾਧੀ ਹੈ ਤੇ ਚਾਹੇ ਬੇਕਸੂਰ ਹੈ। ਉਹ ਆਪਣਾ ਪੱਖ ਰੱਖੇ, ਆਪਣੇ ਤੱਥ ਰੱਖੇ ਅਦਾਲਤ ਦੇ ਸਾਹਮਣੇ, ਤੇ ਉਸ ਮੁਤਾਬਕ ਅਗਲੀ ਕਾਰਵਾਈ ਹੁੰਦੀ ਹੈ। ਸੋ 3 ਦਿਨ ਪਹਿਲਾਂ ਨੋਟਿਸ ਦੇਣਾ ਪਏਗਾ, ਫਿਰ ਗ੍ਰਿਫਤਾਰੀ ਹੋ ਪਾਏਗੀ। ਪਰ ਘੱਟੋ ਘੱਟ 302 ਦੀ ਧਾਰਾ ਜੁੜਨਾ ਹੀ ਸੁਮੇਧ ਸਿੰਘ ਸੈਣੀ ਦੇ ਲਈ ਇੱਕ ਵੱਡੀ ਚੁਣੌਤੀ ਤੇ ਵੱਡੀ ਚਿੰਤਾ ਦਾ ਕਾਰਨ ਕਿਹਾ ਜਾ ਸਕਦਾ ਹੈ। ਮੁਸ਼ਕਲਾਂ ਵੱਧ ਸਕਦੀਆਂ ਨੇ, ਗ੍ਰਿਫਤਾਰੀ ਤੌਰ ਤੇ ਜਿਹੜੀ ਆ ਉਹਨਾਂ ਦੀ ਹੋਵੇਗੀ, ਤੇ ਜੇ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਪ੍ਰਸਥਿਤੀਆਂ ਕੀ ਹੁੰਦੀਆਂ ਨੇ, ਪੁੱਛਗਿੱਛ ਦੇ ਵਿੱਚ ਸੁਮੇਧ ਸੈਣੀ ਕਿੱਦਾਂ ਦੇ ਖੁਲਾਸੇ ਕਰਦੇ ਨੇ, ਦੱਸਦੇ ਨੇ ਕੁਝ ਜਾਂ ਨਹੀਂ ਦੱਸਦੇ, ਇਹ ਦੇਖਣਾ ਹੋਏਗਾ। ਜੀ ਬਿਲਕੁਲ। ਅੱਛਾ, ਇੱਕ ਹੋਰ ਕਰੋਨਾ ਨਾਲ ਜੁੜੀ ਖਬਰ ਸੀ, ਆਪਾਂ ਉਹ ਥੋੜੀ ਛੱਡ ਗਏ। ਆਮ ਆਦਮੀ ਪਾਰਟੀ ਨੇ ਸੁਣਿਆ ਜਿਹੜੇ ਕਰਫਿਊ ਲੱਗਾ ਰਾਤ ਦਾ, ਉਹਦੇ ਤੇ ਸਵਾਲ ਉਠਾਏ ਆ। ਉਹਨਾਂ ਨੇ ਕਿਹਾ ਕਿ ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਖੁੱਲ੍ਹ ਦੇਣ ਲਈ ਜਿਹੜਾ ਇਹ ਰਾਤ ਦੇ ਕਰਫਿਊ ਲਾਏ ਗਏ ਆ। ਆਮ ਆਦਮੀ ਪਾਰਟੀ ਨੇ ਵੀ ਕੱਲ ਪ੍ਰੈਸ ਕਾਨਫਰੰਸ ਕੀਤੀ ਤੇ ਲਾਈਵ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਹੋਏ। ਉਹਨਾਂ ਨੇ ਵੀ ਜਿਹੜਾ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਭਾਈ ਰੱਬ ਦਾ ਵਾਸਤਾ ਆ, ਮੇਰੀ ਗੱਲ ਮੰਨ ਲਓ, ਗੈਰ ਸੰਜੀਦਗੀ ਨਾ ਦਿਖਾਓ ਕਿਉਂਕਿ ਕੇਸ ਬਹੁਤ ਵੱਧਦੇ ਆ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਇੱਥੋਂ ਤੱਕ ਵੀ ਕਹਿਤਾ ਹੈ ਕਿ ਜੇ ਇਹੀ ਹਾਲਾਤ ਰਹੇ ਤਾਂ 3 ਸਤੰਬਰ ਤੱਕ ਸੂਬੇ ਦੇ ਵਿੱਚ ਲਗਭਗ 64,000 ਦੇ ਕਰੀਬ ਕੇਸ ਹੋਣਗੇ, ਤੇ ਉਹਦੇ ਤੋਂ ਬਾਅਦ 15 ਤਰੀਕ ਤੱਕ 1 ਲੱਖ ਤੋਂ ਵੱਧ ਕੇਸ ਜਿਹੜਾ ਉਹ ਪੰਜਾਬ ਦੇ ਵਿੱਚ ਹੋ ਸਕਦਾ ਹੈ। ਤੇ ਜੇ ਇਹੀ ਰਫ਼ਤਾਰ ਰਹੀ, ਜੇ ਸਥਿਤੀਆਂ ਇਹੀ ਰਹੀਆਂ, ਤੇ ਕੱਲ ਪੰਜਾਬ ਦੇ ਵਿੱਚ ਮੈਨੂੰ ਸਖਤ ਕਦਮ ਉਠਾਉਣ ਲਈ ਮਜਬੂਰ ਹੋਣਾ ਪਏਗਾ। ਇਹਦੇ ਤੋਂ ਜ਼ਿਆਦਾ ਸਖਤੀ ਕੀਤੀ ਜਾ ਸਕਦੀ, ਕਿਉਂਕਿ ਪਹਿਲਾਂ ਹੀ ਧਾਰਾ 144 ਲਾਤੀ ਹੈ, ਪਹਿਲਾਂ ਹੀ ਸ਼ਨੀਵਾਰ ਤੇ ਐਤਵਾਰ ਦਾ ਲੋਕਡਾਊਨ ਕਰ ਦਿੱਤਾ ਗਿਆ, ਪਹਿਲਾਂ ਕਰਫਿਊ ਦੇ ਵਿੱਚ 2 ਘੰਟੇ ਦਾ ਵਾਧਾ ਕੀਤਾ ਗਿਆ, ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ। ਪਹਿਲਾਂ 9 ਵਜੇ ਤੋਂ 5 ਵਜੇ ਤੱਕ ਸੀਗਾ, ਹੁਣ 7 ਤੋਂ 5 ਤੱਕ ਕਰਤਾ। ਥੋੜਾ ਜਿਹਾ ਸਖਤੀ ਦੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਵੀ ਜਿਹੜੀ ਹੈ ਇਸ ਵਾਰ ਕੀਤੀ ਜਾ ਰਹੀ ਹੈ। ਹੁਣ ਇਸੇ ਚੀਜ਼ ਨੂੰ ਲੈ ਕੇ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ, ਜਰਨੈਲ ਸਿੰਘ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਪਹਿਲੀ ਤਾਂ ਗੱਲ ਇਹ ਜਿਹੜਾ ਅਨਸਾਇੰਟੀਫਿਕ ਹੈ ਕਿ ਤੁਸੀਂ ਜਿਹੜਾ ਉਹ ਰਾਤ ਦਾ ਕਰਫਿਊ ਲਾਉਂਦੇ ਆ, ਵੀਕਐਂਡ ਦੇ ਉੱਤੇ ਜਿਹੜਾ ਲੋਕਡਾਊਨ ਕਰ ਦਿਓ। ਕਹਿੰਦੇ ਜੇ ਲੋਕਡਾਊਨ ਲਾਉਣਾ ਆ ਨਾ, ਚੰਦਾ ਘੱਟੋ ਘੱਟ ਚਾਹੀਦਾ, ਤਾਂ ਤੁਸੀਂ ਬ੍ਰੇਕ ਕਰ ਸਕਦੇ ਹੋ ਕਰੋਨਾ ਵਾਇਰਸ ਦੀ ਚੇਨ ਨੂੰ, ਇਹਦੇ ਫੈਲਾਅ ਨੂੰ ਤਾਂ ਰੋਕ ਸਕਦੇ ਹੋ। ਤੇ ਜੇ ਤੁਸੀਂ ਵੀਕਐਂਡ ਤੇ ਲਾਉਨੇ ਹੋ, ਰਾਤ ਦਾ ਕਰਫਿਊ ਲਾਉਨੇ, ਤੇ ਇਹਦੇ ਨਾਲ ਫਰਕ ਕੋਈ ਨਹੀਂ ਪੈਣਾ, ਇਹ ਡਰਾਮੇਬਾਜ਼ੀਆਂ ਸਿਰਫ। ਤੇ ਇਹ ਡਰਾਮੇਬਾਜ਼ੀਆਂ ਦੇ ਪਿੱਛੇ ਕੀ ਹੈ, ਕਾਰਨ ਕੀ ਹੈ? ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਇਹਦੇ ਪਿੱਛੇ ਕਾਰਨ ਇਹ ਹੈ ਕਿ ਰਾਤ ਨੂੰ 7 ਤੋਂ 5 ਕਰਫਿਊ ਲਾ ਕੇ ਉਸੇ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਜਿਹੜੀ ਚਾਹੇ ਨਸ਼ੇ ਦੀ ਤਸਕਰੀ ਹੈ, ਚਾਹੇ ਰੇਤਾ ਦੀ ਤਸਕਰੀ ਹੈ,
ਉਹ ਸਾਰੀਆਂ ਚੀਜ਼ਾਂ ਨੂੰ ਪਰਦੇ ਦੇ ਪਿੱਛੇ ਕਰਨ ਦੀ ਇਜਾਜ਼ਤ ਦੇਣ ਦੀ ਕੋਸ਼ਿਸ਼ ਜਿਹੜੀ ਆ ਉਹ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ, ਜਾਂ ਸਰਕਾਰ ਦੀ ਸ਼ਹਿ ਤੇ ਜਿਹੜੇ ਲੋਕ ਇਹ ਸਾਰਾ ਕੁਝ ਕਰਦੇ ਆ ਉਹਨਾਂ ਨੂੰ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਕਿ ਭਾਈ ਕਰ ਲਓ, ਅਸੀਂ ਲੋਕਡਾਊਨ ਲਾਤਾ ਆ, ਅਸੀਂ ਕਰਫਿਊ ਲਾਤਾ ਆ ਤੇ ਹੁਣ ਆਪਣੀਆਂ ਮਨਮਰਜ਼ੀਆਂ ਦੇ ਮੁਤਾਬਕ ਤੁਸੀਂ ਸਾਰਾ ਕੁਝ ਕਰ ਸਕਦੇ ਹੋ। ਸੋ ਆਮ ਆਦਮੀ ਪਾਰਟੀ ਨੇ ਇਹ ਇਲਜ਼ਾਮ ਜਿਹੜੇ ਆ ਉਹ ਲਗਾਏ ਨੇ। ਕੁੱਲ ਮਿਲਾ ਕੇ ਇਹ ਬਿਆਨਬਾਜ਼ੀਆਂ, ਆਰੋਪਬਾਜ਼ੀਆਂ ਜਿਹੜੀਆਂ ਉਹ ਲਗਾਤਾਰ ਚੱਲਦੀਆਂ ਰਹਿਣਗੀਆਂ, ਪਰ ਮਸਲਾ ਇਹ ਹੈ, ਅਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਨਾ ਤਾਂ ਕਰੋਨਾ ਵਾਇਰਸ ਉੱਲੂ ਹੈ ਜਿਹੜਾ ਰਾਤ ਨੂੰ ਜਾਗਦਾ ਤੇ ਦਿਨ ਨੂੰ ਸੌਂ ਜਾਂਦਾ ਆ, ਤੇ ਨਾ ਵੀਕਐਂਡ ਦੇ ਉੱਤੇ ਜਿਹੜਾ ਆ ਇਹ ਲਾਕਡਾਊਨ ਕੀਤਾ ਜਾਣਾ ਆ ਉਸ ਤਰੀਕੇ ਨਾਲ ਕਾਰਗਰ ਹੋ ਸਕਦਾ ਜਿਸ ਤਰੀਕੇ ਨਾਲ ਸੂਬੇ ਦੇ ਵਿੱਚ ਕਰੋਨਾ ਦੇ ਕੇਸ ਵੱਧ ਰਹੇ ਨੇ ਤੇ ਉਹਨਾਂ ਨੂੰ ਰੋਕਣ ਦੇ ਲਈ ਦਾਅਵੇ ਕੀਤੇ ਜਾ ਰਹੇ ਨੇ। ਬਹੁਤ ਸੰਜੀਦਗੀ ਨਾਲ ਕਦਮ ਚੁੱਕਣੇ ਪੈਣਗੇ ਸਰਕਾਰਾਂ ਨੂੰ ਵੀ, ਤੇ ਨਾਲ ਦੀ ਨਾਲ ਲੋਕਾਂ ਨੂੰ ਵੀ ਉਹਨਾਂ ਕਦਮਾਂ ਨੂੰ ਕਾਰਗਰ ਬਣਾਉਣ ਦੇ ਲਈ ਸਰਕਾਰ ਦਾ ਸਹਿਯੋਗ ਦੇਣਾ ਪਏਗਾ, ਕਿਉਂਕਿ ਕੱਲਾ ਇੱਕ ਪਾਸੜ ਇਹ ਗੱਲ ਨਹੀਂ ਹੋਏਗੀ। ਦੋਨਾਂ ਧਿਰਾਂ ਨੂੰ ਥੋੜਾ ਜਿਹਾ ਸੰਜੀਦਗੀ ਤੋਂ ਕੰਮ ਲੈਣਾ ਪਏਗਾ, ਤੇ ਨਾਲ ਨਾਲ ਮੈਨੂੰ ਲੱਗਦਾ ਕਿ ਮਨਦੀਪ ਜੀ ਇਹ ਸਿਆਸੀ ਲੋਕਾਂ ਨੂੰ ਵੀ ਥੋੜਾ ਸੰਜੀਦਗੀ ਤੋਂ ਕੰਮ ਲੈਣਾ ਪਏਗਾ, ਕਿਉਂਕਿ ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਨਾ ਕਿ ਆਹ ਨਹੀਂ ਹੋਣਾ ਚਾਹੀਦਾ ਤੇ ਉਹ ਨਹੀਂ ਹੋਣਾ ਚਾਹੀਦਾ। ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਲਈਏ ਤੇ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਨੀ ਵਾਰੀ ਬੋਲਦੇ ਆ ਵੀਡੀਓ ਕਾਨਫਰੰਸਿੰਗ ਦੇ ਰਾਹੀਂ, ਤੇ ਉਹ ਨਾਰਾ ਵੀ ਦਿੰਦੇ ਨਾ ਕਿ 2 ਗਜ ਕੀ ਦੂਰੀ ਜਿਹੜਾ ਇਸ ਸਮੇਂ ਹੈ ਜ਼ਰੂਰੀ, ਇਦਾਂ ਦੀ ਨਾਰੇ ਦਿੰਦੇ ਆ ਕਿ ਇਹਦੇ ਨਾਲ ਬਚਿਆ ਜਾ ਸਕਦਾ। ਭਾਜਪਾ ਹੀ ਆਪ ਹੀ ਨਹੀਂ ਮੰਨਦੇ 2 ਗਜ ਦੀ ਦੂਰੀ ਨੂੰ। ਕੱਲ ਸਾਰਾ ਕੁਝ ਹੋਣ ਦੇ ਬਾਵਜੂਦ ਚੰਡੀਗੜ੍ਹ ਚਲੇ ਗਿਆ ਉਹ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ, ਨਾ ਉੱਥੇ ਸੋਸ਼ਲ ਡਿਸਟੈਂਸਿੰਗ, ਬਹੁਤਿਆਂ ਦੇ ਮਾਸਕ ਨਹੀਂ ਨਜ਼ਰ ਆਏ, ਪੁਲਿਸ ਨਾਲ ਧੱਕਾ ਮੁੱਕੀ ਕੀਤੀ ਗਈ। ਸੋ ਉਹ ਸਾਰੀਆਂ ਚੀਜ਼ਾਂ ਇਹ ਸਿਆਸੀ ਪਾਰਟੀਆਂ ਨੂੰ ਵੀ ਦੇਖਣਾ ਪਏਗਾ, ਲੀਡਰਾਂ ਨੂੰ ਦੇਖਣਾ ਪਏਗਾ ਕਿ ਕੀ ਸਾਡੇ ਲੋਕ ਮੰਨਦੇ ਆ। ਜੇ ਭਾਜਪਾ ਹੀ ਇਦਾਂ ਦਾ ਕੁਝ ਕਰਦੇ ਆ ਤੇ ਭਾਜਪਾ ਦੀ ਹਾਈ ਕਮਾਂਡ ਨੂੰ ਉਹਨੂੰ ਰੋਕਣਾ ਚਾਹੀਦਾ। ਜੇ ਕਾਂਗਰਸੀ ਇਹ ਸਾਰਾ ਕੁਝ ਕਰਦੇ, ਜਿੱਦਾਂ ਦੂਲੋ ਦੀ ਕੋਠੀ ਦੇ ਮੋਹਰੇ, ਬਾਜਵਾ ਦੀ ਕੋਠੀ ਦੇ ਮੋਹਰੇ ਬਹਿ ਜਾਂਦੇ, ਜੇ ਉਹ ਸਾਰਾ ਕੁਝ ਕਰਦੇ ਆ ਨਾ ਤੇ ਇਹ ਹਾਈ ਕਮਾਂਡ ਨੂੰ ਦੇਖਣਾ ਪਏਗਾ। ਜੇ ਆਪ ਦੇ ਲੋਕ ਕਰਦੇ ਆ ਤੇ ਆਪ ਦੀ ਹਾਈ ਕਮਾਂਡ ਦੇਖੇ, ਜੇ ਅਕਾਲੀ ਦਲ ਦੇ ਕਰਦੇ ਆ ਤੇ ਅਕਾਲੀ ਦਲ ਦੀ ਹਾਈ ਕਮਾਂਡ ਦੇਖੇ। ਅਕਾਲੀ ਦਲ ਨੂੰ ਤਾਂ ਚਲੋ ਕਹਿਣਾ ਕੀ ਆ, ਉਹ ਤਾਂ ਆਪ ਸੁਖਬੀਰ ਬਾਦਲ ਧਰਨਿਆਂ 'ਚ ਬੈਠਾ ਆ। ਉਹੀ ਸੁਖਬੀਰ ਬਾਦਲ ਜਿਹੜਾ ਕਹਿੰਦਾ ਸੀ ਜਿਨ੍ਹਾਂ ਨੂੰ ਕੋਈ ਘਰੇ ਨਹੀਂ ਪੁੱਛਦਾ ਉਹ ਧਰਨਿਆਂ ਤੇ ਆਣ ਕੇ ਆ, ਉਹ ਆਪ ਹੁਣ ਧਰਨਿਆਂ ਤੇ ਬੈਠਾ ਆ। ਪਤਾ ਨਹੀਂ ਪੁੱਛਗਿੱਛ ਹੈਗੀ ਆ ਜਾਂ ਨਹੀਂ ਹੈਗੀ, ਉਹ ਗੱਲ ਵੱਖਰੀ ਆ, ਕਿਉਂਕਿ ਜਿਹੜਾ ਆ ਉਹ ਪ੍ਰਸਥਿਤੀਆਂ ਇਹੋ ਜਿਹੀਆਂ ਨੇ ਇਸ ਵੇਲੇ ਕਿ ਸੂਬੇ ਦੇ ਵਿੱਚ ਉਹਨਾਂ ਦੀ ਪਾਰਟੀ ਇੱਕ ਹਾਸ਼ੀਏ ਦੇ ਉੱਤੇ ਧੱਕੀ ਨਜ਼ਰ ਆ ਰਹੀ ਹੈ, ਤੇ ਨਾਲ ਦੀ ਨਾਲ ਜਿਹੜੀ ਆ ਉਹ ਟੁੱਟ ਭੱਜ ਪਾਰਟੀ 'ਚ ਹੋ ਰਹੀ ਹੈ। ਦੂਜਾ ਜਿਹੜੀ ਉਹਨਾਂ ਦੀ ਭਾਈਵਾਲ ਪਾਰਟੀ ਹੈ ਉਹ ਵੀ ਅੱਖਾਂ ਦਿਖਾ ਰਹੀ ਹੈ। ਇਸ ਕਰਕੇ ਜਿਹੜਾ ਆ ਉਹ ਇਹ ਹਾਈ ਕਮਾਂਡ ਨੂੰ ਪਹਿਲਾਂ ਸੰਜੀਦਗੀ ਤੋਂ ਕੰਮ ਲੈਣੇ ਪੈਣਗੇ, ਫੇਰ ਸਭ ਕੁਝ ਜਿਹੜਾ ਸੰਭਵ ਹੋ ਸਕਦਾ ਹੈ। ਲੋਕਾਂ ਦਾ ਕੀ ਹੈ, ਲੋਕਾਂ ਨੂੰ ਤਾਂ ਤੁਸੀਂ ਡੰਡੇ ਨਾਲ ਵੀ ਰੋਕ ਲੈਂਦੇ ਹੋ ਘਰਾਂ ਦੇ ਵਿੱਚ, ਲੋਕਾਂ ਦੇ ਚਲਾਨ ਕੱਟ ਕੇ ਵੀ ਉਹਨਾਂ 'ਚ ਦਹਿਸ਼ਤ ਪੈਦਾ ਕਰ ਲੈਂਦੇ ਹੋ, ਤੇ ਹੋਰ ਬੜੇ ਸਾਧਨ ਹੈਗੇ ਤੁਹਾਡੇ ਕੋਲ ਲੋਕਾਂ ਨੂੰ ਰੋਕਣ ਦੇ। ਰੋਟੀ ਦੌੜੀ ਜ਼ਰੂਰ ਉਹਨਾਂ ਨੂੰ ਮਿਲ ਜਾਂਦੀ ਹੈ ਜੇ ਬਾਹਰ ਨਿਕਲਦੇ ਆ। ਸੋ ਇਸ ਕਰਕੇ 2 ਪਾਸੀ ਕੰਮ ਕਰਨ ਦੀ ਲੋੜ ਜਿੱਥੇ ਹੈਗੀ ਆ, ਉੱਥੇ ਹੀ ਸਿਆਸੀ ਪਾਰਟੀਆਂ ਨੂੰ ਵੀ ਥੋੜਾ ਜਿਹਾ ਸੰਜੀਦਗੀ ਤੋਂ ਕੰਮ ਲੈਣ ਦੀ ਲੋੜ ਹੈ। ਕੱਲ ਸਿਆਸਤ ਕਰਨਾ ਇਸ ਸਮੇਂ ਲੋੜੀਂਦਾ ਨਹੀਂ ਹੈ। ਤੁਹਾਡੀ ਆਪਣੀ ਸੁਰੱਖਿਆ ਤੇ ਲੋਕਾਂ ਦੀ ਸੁਰੱਖਿਆ ਇਹ ਬਹੁਤ ਲਾਜ਼ਮੀ ਆ। ਹੁਣ ਇਹੀ ਕਾਰਨ ਹੈ, ਧਰਨਿਆਂ ਪ੍ਰਦਰਸ਼ਨਾਂ ਦਾ ਹੀ ਕਾਰਨ ਆ, ਸਿਆਸੀ ਗਤੀਵਿਧੀਆਂ ਨਾ ਰੋਕਣ ਦਾ ਹੀ ਕਾਰਨ ਆ ਕਿ 12 ਵਿਧਾਇਕ ਮੰਤਰੀ ਜਿਹੜੇ ਆ ਉਹ ਇਸ ਵੇਲੇ ਕਰੋਨਾ ਪੋਜ਼ਿਟਿਵ ਨੇ। ਤੇ ਜੇ ਕਰੋਨਾ ਦੀ ਗੱਲ ਕਰ ਲਈਏ ਮਨਦੀਪ ਜੀ, ਮੈਨੂੰ ਲੱਗਦਾ ਕਿ ਲੱਗਦੇ ਹੱਥ ਜਿਹੜਾ ਹੈ ਉਹ ਕੈਨੇਡਾ ਦੀ ਸਥਿਤੀ ਕੀ ਹੈ ਕਰੋਨਾ ਨੂੰ ਲੈ ਕੇ, ਇਹ ਵੀ ਬੜਾ ਜਾਣਨਾ ਜ਼ਰੂਰੀ ਹੈ। ਮੈਨੂੰ ਵੀ ਥੋੜਾ ਜਿਹਾ ਪਤਾ ਲੱਗ ਜਾਏਗਾ ਤੇ ਨਾਲ ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗ ਜਾਏਗਾ। ਜੀ ਮੈਂ ਤੁਹਾਨੂੰ ਉਹੀ ਦੱਸਣ ਜਾ ਰਿਹਾ ਸੀ ਕਿ ਜਿਹੜੀਆਂ ਨਸੀਹਤਾਂ ਆਪਾਂ ਲੀਡਰਾਂ ਨੂੰ ਦੇ ਰਹੇ ਆ, ਉਹੀ ਨਸੀਹਤਾਂ ਇੱਥੇ ਸਰਕਾਰ ਜਿਹੜੀ ਆ ਕੈਨੇਡਾ ਦੇ ਨੌਜਵਾਨਾਂ ਨੂੰ ਦੇ ਰਹੀ ਆ ਵੀ ਭਾਈ ਸੁਧਰ ਜਾਓ, ਕਿਉਂਕਿ ਜਿਹੜੇ ਬੀਤੇ ਦਿਨੀ ਕੇਸ ਆ ਰਹੇ ਆ ਬਹੁਤੇ ਕੇਸ ਇਹੋ ਜਿਹੇ ਆ ਜਿਹਦੇ ਵਿੱਚ 19 ਸਾਲ ਤੋਂ ਲੈ ਕੇ 35 ਜਾਂ 37 ਸਾਲ ਦੇ ਵਿੱਚ ਦੀ ਇਹਨਾਂ ਦੀ ਉਮਰ ਜ਼ਿਆਦਾ ਆ। ਇਹ ਉਹੀ ਸਾਰਾ ਉਮਰ ਵਰਗ ਆ ਜਿਹੜੇ ਇਸ ਵਕਤ ਘੁੰਮ ਫਿਰ ਰਹੇ ਆ। ਗਰਮੀਆਂ ਦਾ ਮੌਸਮ ਆ, ਪਾਰਟੀਆਂ ਵੀ ਕਰ ਰਹੇ ਆ, ਤੇ ਪਾਰਟੀਆਂ ਵਿੱਚੋਂ ਬਹੁਤ ਸਾਰੇ ਮਾਮਲੇ ਇਹੋ ਜਿਹੇ ਵੀ ਆਏ ਆ ਜਿੱਥੇ ਕਾਫੀ ਹੁਣ ਤੱਕ ਸੈਂਕੜੇ ਮਾਮਲੇ ਇਹੋ ਜਿਹੇ ਸਾਹਮਣੇ ਆ ਚੁੱਕੇ ਆ, ਖਾਸ ਕਰਕੇ ਇਕੱਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਜਿੱਥੇ ਪਾਰਟੀਆਂ ਕਰਕੇ ਜਿਹੜਾ ਵਾ ਕਰੋਨਾ ਵਾਇਰਸ ਵੱਡੇ ਪੱਧਰ ਤੇ ਲੋਕਾਂ ਨੂੰ ਹੋਇਆ। ਖੈਰ ਅੱਜ ਸਰਕਾਰਾਂ ਵੱਲੋਂ ਇੱਥੇ ਵੀ ਜੁਰਮਾਨਿਆਂ ਦਾ ਐਲਾਨ ਕੀਤਾ ਗਿਆ। ਤੁਸੀਂ ਜਿਵੇਂ ਇੱਥੇ ਪਿਛਲੇ ਦਿਨ ਗੱਲ ਕੀਤੀ ਸੀ ਕਿ ਚਲਾਨ ਕੱਟੇ ਜਾਂਦੇ ਸੀਗੇ, ਇੱਥੇ ਵੀ ਕੁਝ ਏਦਾਂ ਦਾ ਅੱਜ ਐਲਾਨ ਹੋਇਆ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਕੀਤਾ ਹੈ, ਜਿਹਦੇ ਵਿੱਚ ਇਹ ਕਿਹਾ ਗਿਆ ਵੀ ਜੇ ਕਿਸੇ ਬੰਦੇ ਨੇ ਕੋਈ ਮੰਨ ਲਓ ਪਾਰਟੀ ਕਰਨੀ ਆ ਜਾਂ ਕੋਈ ਈਵੈਂਟ ਆ ਤੇ ਉਹਦੇ ਵਿੱਚ 50 ਬੰਦੇ ਤਾਂ ਆ ਸਕਦੇ ਆ, ਪਰ ਜੇ ਕੋਈ 50 ਤੋਂ ਉੱਪਰ ਆ ਗਿਆ ਤੇ ਉਹਦੇ ਵਿੱਚ ਜਿਹੜਾ ਵਾ ਫਿਰ ਉਹਨੂੰ $2000 ਦਾ ਜੁਰਮਾਨਾ ਹੋਊਗਾ। ਤੇ ਜਿਹੜਾ ਬੰਦੇ ਨੂੰ ਕਿਹਾ ਗਿਆ ਵੀ ਤੂੰ ਵਾਪਸ ਚੱਲ ਜਾ, ਬੰਦੇ ਪੂਰੇ ਹੋ ਗਿਆ, ਉਹ ਨਾ ਗਿਆ, ਉਹਨੂੰ $200। ਜੇ ਕੋਈ ਰੈਸਟੋਰੈਂਟ ਵਗੈਰਾ 'ਚ ਜਾਂ ਕਿਤੇ ਹੋਰ ਜਨਤਕ ਥਾਂ ਤੇ ਜਾ ਕੇ ਕਿਸੇ ਨਾਲ ਬਹਿਸਦਾ ਆ, ਮਾਸਕ ਨਹੀਂ ਪਾਉਂਦਾ ਜਾਂ ਕੋਈ ਹੋਰ ਹਦਾਇਤਾਂ ਦਾ ਪਾਲਣ ਨਹੀਂ ਕਰਦਾ, ਉਹਨੂੰ ਵੀ $200 ਦੀ ਫਿਰ ਜਿਹੜੀ ਆ ਉਹ ਟਿਕਟ ਦਿੱਤੀ ਜਾਊਗੀ।
ਸੋ ਜੇ ਮਾਮਲਿਆਂ ਦੀ ਗੱਲ ਕਰੀਏ ਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅੱਜ ਜਿਹੜੇ ਆ 90 ਨਵੇਂ ਮਾਮਲੇ ਦਰਜ ਕੀਤੇ ਗਏ ਆ। ਹਾਲਾਂਕਿ ਇਹ ਕਾਫੀ ਇੱਥੇ ਵੱਧ ਮੰਨੇ ਜਾ ਰਿਹਾ ਕਿਉਂਕਿ ਇੱਕ ਸਮਾਂ ਇਹੋ ਜਿਹਾ ਆ ਗਿਆ ਸੀਗਾ ਜੂਨ ਦੇ ਵਿੱਚ, ਜਦੋਂ ਮਹਿਜ 2 ਜੂਨ ਨੂੰ ਸਿਰਫ 4 ਕਰੋਨਾ ਵਾਇਰਸ ਦੇ ਮਾਮਲੇ ਆਏ ਸੀ ਤੇ 207 ਐਕਟਿਵ ਕੇਸਾਂ ਦੀ ਜਿਹੜੀ ਗਿਣਤੀ ਆ ਬ੍ਰਿਟਿਸ਼ ਕੋਲੰਬੀਆ 'ਚ ਰਹਿ ਗਈ ਸੀ। ਪਰ ਹੁਣ ਜਿਹੜੀ ਇਹ ਗਿਣਤੀ ਵੱਧ ਕੇ 800 ਤੋਂ ਪਾਰ ਹੋ ਚੁੱਕੀ ਹੈ ਐਕਟਿਵ ਕੇਸਾਂ ਦੀ, ਤੇ 202 ਲੋਕਾਂ ਦੀ ਅੱਜ ਜਿਹੜੀ ਆ ਮੌਤ ਹੋ ਚੁੱਕੀ ਆ ਕਰੋਨਾ ਵਾਇਰਸ ਕਾਰਨ। ਤੇ ਪੂਰੇ ਕੈਨੇਡਾ ਦੀ ਜੇ ਅਸੀਂ ਗੱਲ ਕਰੀਏ ਤਾਂ ਹੁਣ ਤੱਕ 9064 ਲੋਕਾਂ ਦੀ ਜਿਹੜੀ ਮੌਤ ਆ ਹੋ ਚੁੱਕੀ ਆ। 1,24,000 ਤੋਂ ਵੱਧ ਜਿਹੜੇ ਮਾਮਲੇ ਆ ਚੁੱਕੇ ਆ, ਪਰ 1,24,000 ਦੇ ਵਿੱਚੋਂ 1,11,000 ਜਿਹੜੇ ਲੋਕ ਆ ਉਹ ਬਿਲਕੁਲ ਤੰਦਰੁਸਤ ਹੋ ਚੁੱਕੇ ਆ, ਠੀਕ ਹੋ ਚੁੱਕੇ ਆ ਕੈਨੇਡਾ ਦੇ ਵਿੱਚ। ਇਹ ਜਿਹੜੇ ਕੈਨੇਡਾ ਦੇ ਅੰਕੜੇ ਆ ਜਿੱਥੇ ਰਿਕਵਰੀ ਰੇਟ ਕਾਫੀ, ਹਾਲਾਂਕਿ ਜਿਵੇਂ ਅੰਟਾਰੀਓ ਦੇ ਵਿੱਚ ਜੇ ਅਸੀਂ ਦੇਖੀਏ ਰਿਕਵਰੀ ਰੇਟ ਤਾਂ ਕਾਫੀ ਬੈਟਰ ਆ, 90% ਦੇ ਕਰੀਬ ਉੱਥੇ ਲੋਕ ਰਿਕਵਰ ਕਰ ਰਹੇ ਨੇ। BC ਵਿੱਚ ਵੀ ਰਿਕਵਰੀ ਰੇਟ ਕਾਫੀ ਵਧੀਆ ਹੈ ਕਿਉਂਕਿ ਇੱਥੇ ਹੁਣ ਤੱਕ 4915 ਕੇਸ ਆਏ ਨੇ ਤੇ ਇਹਦੇ ਵਿੱਚੋਂ 3890 ਲੋਕ ਜਿਹੜੇ ਆ ਉਹ ਠੀਕ ਹੋ ਚੁੱਕੇ ਨੇ। ਸੋ ਇਹ ਇੱਥੇ ਦੇ ਹਾਲਾਤ ਨੇ। ਖੈਰ ਜਸਵੀਰ ਜੀ, ਹੁਣ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਕਾਫੀ ਖੁੱਲ ਕੇ ਵਿਚਾਰ ਚਰਚਾ ਕੀਤੀ ਦੋਹਾਂ ਮੁਲਕਾਂ ਦੀਆਂ ਖਬਰਾਂ ਦੀ, ਤੇ ਕੱਲ ਨੂੰ ਫੇਰ ਇਸੇ ਤਰ੍ਹਾਂ ਅਸੀਂ ਹਾਜ਼ਰ ਹੋਵਾਂਗੇ, ਫੇਰ ਤੁਹਾਡੇ ਨਾਲ ਜੁੜਾਂਗੇ ਤਾਂ ਫੇਰ ਕਰਾਂਗੇ ਕੁਝ ਖਾਸ ਚਰਚਾ, ਖਾਸ ਖਬਰਾਂ ਤੇ। ਸ਼ੁਕਰੀਆ ਮਨਦੀਪ ਜੀ। ਜੀ, ਸੋ ਟੀਵੀ ਪੰਜਾਬ ਦੇਖਣ ਵਾਲੇ ਦਰਸ਼ਕਾਂ ਦਾ ਵੀ ਧੰਨਵਾਦ ਕਿ ਸਾਡੇ ਨਾਲ ਜੁੜੇ ਤੇ ਇਸ ਵਿਚਾਰ ਚਰਚਾ ਨੂੰ ਸੁਣਿਆ। ਕੱਲ ਨੂੰ ਫੇਰ ਇਸੇ ਤਰ੍ਹਾਂ ਅਸੀਂ ਹਾਜ਼ਰ ਹੋਵਾਂਗੇ, ਫੇਰ ਕੱਲ ਦੀਆਂ ਕੁਝ ਖਾਸ ਖਬਰਾਂ ਲਾਹਾਂਗੇ ਪੰਜਾਬ ਦੀਆਂ ਤੇ ਕੈਨੇਡਾ ਦੀਆਂ, ਤੇ ਕਰਾਂਗੇ ਉਹਨਾਂ ਤੇ ਵਿਚਾਰ ਚਰਚਾ। ਤਦ ਤੱਕ ਤੁਸੀਂ ਸਾਨੂੰ ਦਿਓ ਇਜਾਜ਼ਤ। ਧੰਨਵਾਦ।